पर की ਇਹ ਗੱਲ ਨੂੰ ਪੰਜਾਬੀ ਯਕੀਨੀ ਸਮਝਣਗੇ ਕਿ ਕੱਲ ਮੁੱਦਿਆਂ ਦੀ ਜਾਂ ਸਾਰਥਕ ਮਾਮਲਿਆਂ ਤੇ ਬਹਿਸ ਹੋਏਗੀ, ਟਕਰਾਅ ਦੀ ਭੇਂਟ ਨਹੀਂ ਚੜੇਗਾ ਇਹ ਸੈਸ਼ਨ। ਸਬਸਿਡੀਆਂ ਦਾ ਮਸਲਾ ਹੈ। ਸਬਸਿਡੀਆਂ ਸਟੇਟ ਗੌਰਮੈਂਟਸ ਬਹੁਤ ਜਿਹੜੀਆਂ ਨੇ ਉਹ ਲੋਕਾਂ ਨੂੰ ਦਿੰਦੀਆਂ ਨੇ। ਬਹੁਤ ਤਰ੍ਹਾਂ ਦੀ ਕੰਟਰੋਵਰਸੀ ਜਿਹੜੀ ਹੈਗੀ ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਹੋਣਗੀਆਂ, ਵਿਚਾਰੀਆਂ ਜਾਣਗੀਆਂ। ਪੰਜਾਬ ਦੇ ਹਿੱਤ ਵਿੱਚ ਕੀ ਹੈ, ਲੋਕਾਂ ਦੇ ਹਿੱਤ ਵਿੱਚ ਕੀ ਹੈ, ਇਹ ਜਿਹੜਾ ਵਿਚਾਰਿਆ ਜਾਣਾ। देखो पराली का मुद्दा ਜਾਂ ਸੈਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਬਿਲਕੁਲ ਸਹੀ ਗੱਲ ਹੈਗੀ ਆ। ਪਰਾਲੀ ਦੇ ਬਾਰੇ ਜਿੱਦਾਂ ਦਾ ਵਾਤਾਵਰਨ ਦੀ ਗੱਲ ਹੈ, ਸਾਰੇ ਹੀ ਚਿੰਤਤ ਹੈਗੇ ਆ ਕਿਵੇਂ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ, ਕਿਵੇਂ ਜਿਹੜਾ ਪਰਾਲੀ ਗਾਲਣ ਦਾ ਮਸਲਾ ਹੱਲ ਕੀਤਾ ਜਾ ਸਕੇ, ਤਾਂ ਕਿ ਕਿਸਾਨ ਜਿਹੜੇ ਇਸ ਚੀਜ਼ ਦਾ ਯੋਗ ਹੱਲ ਚਾਹੁੰਦੇ ਨੇ। सिद्धू साहब गल इस तरह है कि सैशन तो आम आदमी पार्टी ने सिर्फ ते सिर्फ अपनी सियासत दी जिद पूरी कर ली बुलाया है कि भाई ये सैशन दी गल आई ऑपरेशन लोटस करके, जिन्हें ऑपरेशन लोटस तुहाडे नाल कीता उहदे ते परचा क्यों नहीं तुसीं दर्ज करवाया। जलंधर दे इन्हां दे विधायक शीतल जी कहंदे ने मेरे परिवार नूं जानों मारन दी धमकी दित्तियां कि नंबरां तो तुहाडे कोलों ट्रेस नहीं होया। विधान सभा विच विचारे जाण वाले मुद्दे इन्हां गल कीती पराली दी कि असीं 500 रुपया देना सी ते सेंटर नूं असीं आ प्रपोजल भेजिया। भाई साहब तुसीं झूठ बड़ा सोहना मारदे हो, हाले तक सिद्धी बजाई लई जिहड़े किसानां तो सिद्धी बजाई करवाई है उहदे रिलेटेड तुसीं कोई पैसे नहीं जारी कर सके। आरटीआई एक्टिविस्ट ने उन्हां ने आरटीआई पाई ते आरटीआई तो पंजाब सरकार वालों खुलासा होया कि महज 2 खड्डां इस समय ਜਿਹੜੀਆਂ ਲੀਗਲੀ ਚੱਲ ਰਹੀਆਂ ਨੇ, ਫਿਰ ਬਾਕੀ ਸਾਰੇ ਪੰਜਾਬ 'ਚ ਰੇਤਾ ਕਿੱਥੋਂ ਆ ਰਹੀ ਹੈ। ਕਿ ਸੈਸ਼ਨ ਜਿਹੜਾ ਸਿਰਫ ਇਸ ਗੱਲ ਹੀ ਕਿ ਭਰੋਸਗੀ ਦੇ ਮਤੇ ਨੂੰ ਲੈ ਕੇ ਜਾਂ ਜਿਹੜਾ ਆਪਰੇਸ਼ਨ ਲੋਟਸ ਦੇ ਮੁੱਦੇ ਤੇ ਹੀ ਕੇਂਦਰਿਤ ਰਹੇਗਾ। ਜਦੋਂ ਗਵਰਨਰ ਨੇ ਆਪਣੀਆਂ ਪਾਵਰਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਸੰਵਿਧਾਨ ਪੜ੍ਹੋ, ਸੰਵਿਧਾਨ ਮੁਤਾਬਕ ਤੁਸੀਂ ਇਹ ਸੈਸ਼ਨ ਬੁਲਾ ਨਹੀਂ ਸਕਦੇ। ਹੁਣ ਇਹਨਾਂ ਨੇ ਇੱਕ ਦਿਨ ਦਾ ਸੈਸ਼ਨ ਕਿਉਂ ਬੁਲਾਇਆ? ਕਿਉਂਕਿ ਇਹਨਾਂ ਦੀ ਮਿੱਟੀ ਪਲੀਤ ਹੋ ਗਈ। ਗਵਰਨਰ ਨੇ ਜਦੋਂ ਇਹਨਾਂ ਨੂੰ ਝਾੜ ਪਾਤੀ ਕਿ ਆਹ ਮੇਰੀਆਂ ਪਾਵਰਾਂ ਹੈ, ਮੈਂ ਤੁਹਾਨੂੰ ਰੋਕ ਸਕਦਾ ਇਸ ਆਪਰੇਸ਼ਨ ਤੋਂ, ਤਾਂ ਇਹਨਾਂ ਨੇ ਚਲਾਕੀ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਇਹਨਾਂ ਨੇ ਪਰਾਲੀ ਔਰ ਬਿਜਲੀ ਦਾ ਮੁੱਦਾ ਰੱਖ ਕੇ ਦੇਖੋ ਜਿਵੇਂ ਅਸੀਂ ਪਾਕਿਸਤਾਨ ਦੀ ਜੰਗ ਜਿੱਤ ਲਈ ਹੁੰਦੀ ਹੈ, ਗਵਰਨਰ ਨੂੰ ਅਸੀਂ ਹਰਾਤਾ। ਸਰਕਾਰ ਆ ਲੋਕਾਂ ਨੇ ਸਾਨੂੰ 92 ਜਿਹੜੇ ਵਿਧਾਇਕ ਜਿਤਾ ਕੇ ਭੇਜਿਆ ਤੇ ਕਿਉਂ ਨਹੀਂ ਸੈਸ਼ਨ ਲੋਕਾਂ ਦੇ ਮੁੱਦਿਆਂ ਤੇ ਕੀਤਾ ਜਾ ਸਕਦਾ ਕਿ ਇਹ ਆਪਦੀ ਤਾਕਤ ਦਿਖਾਉਣਾ ਚਾਹੁੰਦੇ ਸੀ। ਇਹਨਾਂ ਨੂੰ ਡਰ ਪੈ ਗਿਆ। ਜਿਹੜਾ ਆਪਰੇਸ਼ਨ ਲੋਟਸ ਸੀ ਇਹ ਇਹਨਾਂ ਨੇ ਆਪਣੇ ਆਪ ਬਣਾਇਆ ਕਿਉਂਕਿ ਇਹਨਾਂ ਦੇ ਉੱਤੇ ਕਰਜ਼ਾ ਹੈ। ਜਿਹੜਾ ਇਹਨਾਂ ਨੇ ਪਹਿਲ ਸੈਸ਼ਨ ਬੁਲਾਈ ਦਾ ਉਹਦੇ ਤੇ 70 ਤੋਂ 1 ਕਰੋੜ ਰੁਪਏ 70 ਲੱਖ ਤੋਂ 1 ਕਰੋੜ ਰੁਪਇਆ ਖਰਚ ਆਉਂਦਾ। ਪੰਜਾਬ ਦੇ ਰਾਜਪਾਲ ਨੇ ਆਪਦੀ ਸੰਵਿਧਾਨ ਦੀ 174 ਧਾਰਾ ਵਰਤ ਕੇ ਆਪਦੇ ਜਿਹੜੇ ਉਹਨਾਂ ਦੀ ਸ਼ਕਤੀ ਉਹਨੂੰ ਦਿਖਾ ਕੇ ਪੰਜਾਬ ਦਾ 1 ਕਰੋੜ ਰੁਪਇਆ ਬਚਾਇਆ ਕਿ ਤੁਹਾਡੀ ਸ਼ਕਤੀ ਪਰਖਣ ਲਈ ਤੁਹਾਡੇ ਕੋਲ ਇੰਨਾ ਭਾਰੀ ਬਹੁਮਤ ਆ, ਫਿਰ ਵੀ ਤੁਸੀਂ ਜਿਹੜੇ ਡਰਾਮਾ ਕਰਨ ਲੱਗੇ ਹੋ ਮੈਂ ਇਹਦੇ ਲਈ ਬਿਲਕੁਲ ਪੈਸੇ ਨਹੀਂ ਖਰਚ ਹੋਣ ਦੇਵਾਂਗਾ। ਉਹਨਾਂ ਨੇ ਸਾਡੇ ਲਈ ਫੇਵਰ ਕੀਤਾ कि पंजाब दा डीजीपी इन्ना ना काबिल हो चुका कि हाले तक पंजाब पुलिस ट्रेस नहीं कर सकी कि जिन्हें तो हांडे एमएलए नु कॉल से कहा सी कि हमारे साथ आ जाओ आपकी साहिब से मुलाकात करवाएंगे। ये शब्द तो हांडे एमएलए दे ने ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ। ਤੁਸੀਂ ਕੀ ਹੱਲ ਕਰ ਲਿਆ? ਤੁਸੀਂ ਸਾਡੇ ਤੋਂ ਉਮੀਦ ਕੀ ਹੱਲ ਕਰ ਲਿਆ? ਤੁਹਾਡੇ ਕੋਲ ਪੁਲਿਸ ਹੈ, ਸਾਡੇ ਕੋਲ ਪੁਲਿਸ ਨਹੀਂ ਸੀ। ਤੁਸੀਂ ਕੀ ਕਰ ਲਿਆ? ਪੂਰਨ ਬਹੁਮਤ ਹੋਣ ਦੇ ਬਾਵਜੂਦ ਵੀ ਤੁਸੀਂ ਅੱਜ ਤੱਕ ਕਿਸੇ ਨੂੰ ਫੜਿਆ ਨਹੀਂ। ਅੱਗੇ ਮੇਰੀ ਗੱਲ ਦਾ ਜਵਾਬ ਲੈ ਲਓ। ਸੰਧੂ ਸਾਹਿਬ ਮੇਰੀ ਗੱਲ ਦਾ ਗੱਲ ਲੈ ਲਓ। ਤੇ ਲੋ ਸਾਹਿਬ ਤੁਹਾਨੂੰ ਚਿੱਠੀ ਭੇਜਣਗੇ, ਜੋ चिट्ठी भेजणगे भगवंत मान जी वही बोलणगे। कल चिट्ठी आएगी दिल्ली तो कि आ सैशन च बोलना ते पुतली मुख्यमंत्री बन चुका। ਫਿਰ ਤੁਸੀਂ ਪਹਿਲਾਂ ਕਿਹਾ 8 ਐਮਐਲਏ ਫਿਰ 10 ਫਿਰ 20 ਪਹਿਲਾਂ ਤੁਸੀਂ ਬਣਾ ਤਾਂ ਲੈਂਦੇ ਵੀ ਅਸੀਂ ਕਿੰਨੇ ਐਮਐਲਏ ਕਹਿਣੇ ਆ। ਸਾਨੂੰ ਟੋਟਲ 59 ਐਮਐਲਏ ਚਾਹੀਦੇ ਹੋਣਗੇ ਤੁਹਾਡੀ ਸਰਕਾਰ ਤੋੜਨ ਲਈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਖਰ ਕਈ ਦਿਨਾਂ ਦੀਆਂ ਬਹਿਸਾਂ ਤੇ ਤਕਰਾਰਬਾਜ਼ੀ ਤੋਂ ਬਾਅਦ ਪੰਜਾਬੀਆਂ ਲਈ ਕੱਲ੍ਹ ਦਾ ਦਿਨ ਆ ਹੀ ਗਿਆ ਜਦੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਏਗਾ। ਉਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਖਦਸ਼ੇ,
ਕਈ ਤਰ੍ਹਾਂ ਦੇ ਸਵਾਲ ਉੱਠੇ। ਜਿਸ ਮੌਕੇ ਸੈਸ਼ਨ ਦੀ ਸ਼ੁਰੂਆਤ 'ਚ ਗੱਲ ਕੀਤੀ ਗਈ ਤਾਂ ਭਰੋਸਗੀ ਦੇ ਮਤੇ ਦੀ ਗੱਲ ਹੋਈ। ਗਵਰਨਰ ਵੱਲੋਂ ਇਸ ਮਾਮਲੇ 'ਤੇ ਸਵਾਲ ਉਠਾਏ ਗਏ। ਸਰਕਾਰੀ ਹਾਕਮ ਧਿਰ ਵੱਲੋਂ ਵੀ ਗਵਰਨਰ ਦੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਤਿੱਖੇ ਸਵਾਲ ਕੀਤੇ ਗਏ। ਖੈਰ, ਜਦੋਂ ਹੁਣ ਆਪਾਂ ਬਹਿਸ ਦੇ ਵਿੱਚ ਬੈਠੇ ਹਾਂ ਤਾਂ ਇਸ ਵੇਲੇ ਹੈ ਕਿ ਕੱਲ੍ਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋ ਰਿਹਾ ਹੈ। ਪਰਾਲੀ ਦੀ ਗੱਲ ਹੈ, ਬਿਜਲੀ ਦੀ ਗੱਲ ਹੈ, ਹੋਰ ਮੁੱਦਿਆਂ 'ਤੇ ਵੀ ਚਰਚਾ ਹੋਏਗੀ। ਵੱਡਾ ਸਵਾਲ ਇਹ ਵੀ ਹੈ ਕਿ ਜੋ ਸੈਸ਼ਨ ਤੈਅ ਕੀਤਾ ਜਾਂਦਾ, ਬੀਇੰਗ ਜਰਨਲਿਸਟ ਮੈਂ ਇਹ ਗੱਲ ਕਹਿ ਸਕਦਾ ਹਾਂ, ਉਹਦੇ 'ਚ ਮੁੱਦੇ ਜਿਹੜੇ ਹੈਗੇ ਮੁੱਦਿਆਂ ਦੇ ਆਧਾਰ 'ਤੇ ਸੈਸ਼ਨ ਤੋਂ ਬੁਲਾਇਆ ਜਾਂਦਾ ਹੈ, ਪਰ ਸੈਸ਼ਨ ਦੇ ਮੈਂਬਰਾਂ ਦਾ ਅਧਿਕਾਰ ਹੁੰਦਾ ਹੈ ਕਿ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰ ਸਕਦੇ ਆ ਜਦੋਂ ਸੈਸ਼ਨ ਦੇ ਵਿੱਚ ਸਵਾਲ ਉੱਠਦੇ ਆ ਜਾਂ ਬਹਿਸ ਹੁੰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੱਲ੍ਹ ਦਾ ਸੈਸ਼ਨ ਜਿਹੜਾ ਹੈਗਾ ਟਕਰਾਅ ਦੀ ਭੇਂਟ ਨਹੀਂ ਚੜ੍ਹੇਗਾ, ਪੰਜਾਬ ਦੀ ਖਾਤਰ ਕੋਈ ਨਾ ਕੋਈ ਨਵੀਆਂ ਲੀਹਾਂ ਪਾ ਕੇ ਜਾਏਗਾ। ਇਹਨਾਂ ਮੁੱਦਿਆਂ 'ਤੇ ਜਿਹੜੇ ਬੇਨਤੀ ਪ੍ਰਵਾਨ ਕਰਕੇ ਪੈਨਲ ਚਰਚਾ 'ਚ ਸਾਡੇ ਮਹਿਮਾਨ ਜੁੜੇ ਹੈ, ਆਮ ਆਦਮੀ ਪਾਰਟੀ ਵੱਲੋਂ ਨੇ ਇੰਦਰਜੀਤ ਸੰਧੂ ਜੀ ਨੇ, ਕਾਂਗਰਸ ਪਾਰਟੀ ਵੱਲੋਂ ਜਗਮੀਤ ਢਿੱਲੋਂ ਨੇ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ KS ਮਠਾੜੂ ਜੀ, ਬੀਬਾ ਅਮਰਜੋਤ ਕੌਰ ਰਾਮੂਵਾਲੀਆ, ਭਾਰਤੀ ਜਨਤਾ ਪਾਰਟੀ। ਸਾਰੇ ਹੀ ਮੈਂ ਆਪਣੇ ਸਤਿਕਾਰਤ ਮਹਿਮਾਨਾਂ ਨੂੰ ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸੰਧੂ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿੱਦਾਂ ਆਪਾਂ ਸ਼ੁਰੂ 'ਚ ਕਮੈਂਟ ਕੀਤੇ ਹੀ ਹੈ, ਕੱਲ੍ਹ ਹੋਣ ਜਾ ਰਿਹਾ, ਚੰਗੀ ਗੱਲ ਹੈ। ਇੱਕ ਟਕਰਾਅ ਦੇ ਮਾਹੌਲ 'ਚੋਂ ਨਿਕਲ ਕੇ ਸਦਭਾਵਨਾ ਦੇ ਮਾਹੌਲ ਵੱਲ ਨੂੰ ਅੱਗੇ ਵਧ ਰਹੇ ਹਾਂ, ਇਹ ਪੰਜਾਬੀਆਂ ਦੇ ਵੀ ਹਿੱਤ ਵਿੱਚ ਹੈ। ਪਰ ਕੀ ਇਹ ਗੱਲ ਨੂੰ ਪੰਜਾਬੀ ਯਕੀਨੀ ਸਮਝਣਗੇ ਕਿ ਕੱਲ੍ਹ ਮੁੱਦਿਆਂ ਦੀ ਜਾਂ ਸਾਰਥਕ ਮਾਮਲਿਆਂ 'ਤੇ ਬਹਿਸ ਹੋਏਗੀ, ਟਕਰਾਅ ਦੀ ਭੇਂਟ ਨਹੀਂ ਚੜ੍ਹੇਗਾ ਇਹ ਸੈਸ਼ਨ? ਸੰਧੂ ਸਾਹਿਬ। ਹਾਂ, ਬਿਲਕੁਲ ਸਿੱਧੂ ਸਾਹਿਬ, ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਦੋ ਚੀਜ਼ਾਂ ਹੈਗੀਆਂ ਨੇ, ਇੱਕ ਤਾਂ ਠੀਕ ਹੈ, ਪਹਿਲਾਂ ਇਹ ਜਿਹੜੀ ਗੱਲ ਚੱਲੀ ਜਿਹੜੀ ਆਪਰੇਸ਼ਨ ਲੋਟਸ ਤੇ ਜਿਹੜਾ ਪੂਰੇ ਭਾਰਤ ਵਿੱਚ ਔਰ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਇਸ ਗੱਲ ਦਾ। ਤੇ ਖੈਰ, ਉਸ ਤੋਂ ਬਾਅਦ ਹੁਣ ਜਿਹੜਾ ਪਰਾਲੀ ਦਾ ਇਸ਼ੂ ਹੈ ਜਿਹੜਾ ਔਰ ਬਿਜਲੀ ਦਾ ਇਸ਼ੂ ਹੈ, ਦੋ ਇਸ਼ੂ ਬਹੁਤ ਅਹਿਮ ਇਸ਼ੂ ਨੇ। ਤੇ ਇਹਦੇ ਤੇ ਤੁਹਾਨੂੰ ਪਤਾ ਹੈ ਕਿ ਬਿਜਲੀ ਦਾ ਜਦੋਂ ਕੇਂਦਰ ਨੇ ਖੇਤੀ ਵਿਰੋਧੀ ਕਾਨੂੰਨ ਜਿਹੜੇ ਨੇ ਉੱਥੇ ਕੇਂਦਰ ਦੇ ਵਿੱਚ ਬਣਾਏ ਸਨ ਤੇ ਉਹਦੇ ਵਿਰੋਧ ਵਿੱਚ ਕਿਸਾਨ ਜਿਹੜਾ ਅੰਦੋਲਨ ਚਲਾ ਰਹੇ ਸਨ, ਉਹਦੇ ਟਾਈਮ 'ਚ ਇੱਕ ਪੈਰਲਲ ਜਿਹੜਾ ਹੈਗਾ ਬਿਜਲੀ ਦਾ ਕਾਨੂੰਨ ਜਿਹੜਾ ਉਹਦੇ ਸੰਬੰਧੀ ਵੀ ਜਿਹੜਾ ਉਹਦਾ ਨਿੱਜੀਕਰਨ ਕਰਨ ਲਈ ਕੇਂਦਰੀਕਰਨ ਕਰਨ ਵਾਸਤੇ ਵੀ ਜਿਹੜੀ ਗੱਲ ਜਿਹੜੀ ਉਹ ਚੱਲ ਰਹੀ ਸੀ। ਔਰ ਮੁੜ ਕੇ ਜਦੋਂ ਕਿਸਾਨ ਵਿਰੋਧ ਕਰਕੇ ਉਹਦਾ ਠੰਡੇ ਬਸਤੇ ਵਿੱਚ ਮਸਲੇ ਨੂੰ ਪਾ ਦਿੱਤਾ ਗਿਆ ਸੀ, ਪਰ ਫਿਰ ਵੀ ਉਹਦੇ ਕੈਬਨਿਟ ਨੇ ਉਹਨੂੰ ਜਿਹੜਾ ਦੁਬਾਰਾ ਇੱਕ ਵਾਰੀ ਆਪਣੇ ਘੁਟਵੇਂ ਤਰੀਕੇ ਨਾਲ ਜਿਹੜਾ ਲੁਕਵੇਂ ਤਰੀਕੇ ਨਾਲ ਉਹਨੂੰ ਜਿਹੜਾ ਪਾਸ ਕਰਕੇ ਜਿਹੜਾ ਉਹਨਾਂ ਦਾ ਇੱਕ ਉਹਨਾਂ ਨੇ ਸਟੈਂਡਿੰਗ ਕਮੇਟੀ ਹੁੰਦੀ ਹੈ, ਉਹਨਾਂ ਨੂੰ ਭੇਜ ਦਿੱਤਾ ਸੀ ਜੀ, ਪਾਰਲੀਮੈਂਟਰੀ ਕਮੇਟੀ ਆਓ ਜੀ। ਤੇ ਔਰ ਉਸ ਤੋਂ ਬਾਅਦ ਆਪਾਂ ਸਾਰਾ ਕੁਝ ਦੇਖ ਹੀ ਰਹੇ ਹਾਂ, ਔਰ ਉਹਦੇ ਫਾਇਦੇ ਕੀ ਹੋਣਗੇ, ਨੁਕਸਾਨ ਕੀ ਹੋਣਗੇ, ਇਹ ਵੀ ਤੁਹਾਡਾ ਸਾਰਾ ਕੁਝ ਸਾਹਮਣੇ ਹੀ ਹੈ। ਸਬਸਿਡੀਆਂ ਦਾ ਮਸਲਾ ਹੈ, ਸਬਸਿਡੀਆਂ ਸਟੇਟ ਗੌਰਮੈਂਟਸ ਬਹੁਤ ਜਿਹੜੀਆਂ ਨੇ ਉਹ ਲੋਕਾਂ ਨੂੰ ਦਿੰਦੀਆਂ ਨੇ, ਜਾਂ ਇਹਦੇ ਤੇ ਵੀ ਗੱਲ ਬਹੁਤ ਚਰਚਾ ਦਾ ਵਿਸ਼ਾ ਹੈ ਕਿ ਜਿਵੇਂ ਵੀ ਜਿਹੜਾ ਕਮਰਸ਼ੀਅਲ ਏਰੀਆ ਜਿਹੜਾ ਉਹ ਆਪਣੇ ਕੋਲ ਨਿੱਜੀ ਕੰਪਨੀਆਂ ਜਿਹੜੀਆਂ ਨੇ ਉਹ ਰੱਖ ਲੈਂਦੀਆਂ ਨੇ, ਜਾਂ ਪੇਂਡੂ ਏਰੀਆ ਜਿਹੜੀਆਂ ਸਰਕਾਰ ਦੇ ਹਵਾਲੇ ਕਰ ਦਿੰਦੀਆਂ, ਜਾਂ ਕੁਝ ਵੀ ਇਸ ਤਰ੍ਹਾਂ ਦਾ ਬਹੁਤ ਤਰ੍ਹਾਂ ਦੀ ਕੰਟਰੋਵਰਸੀ ਜਿਹੜੀ ਹੈਗੀ, ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਹੋਣਗੀਆਂ, ਵਿਚਾਰੀਆਂ ਜਾਣਗੀਆਂ। ਪੰਜਾਬ ਦੇ ਹਿੱਤ ਵਿੱਚ ਕੀ ਹੈ, ਲੋਕਾਂ ਦੇ ਹਿੱਤ ਵਿੱਚ ਕੀ ਹੈ, ਇਹ ਜਿਹੜਾ ਵਿਚਾਰਿਆ ਜਾਣਾ। ਦੂਜੀ ਗੱਲ, ਜਿਹੜਾ ਪਰਾਲੀ ਦਾ ਇਸ਼ੂ ਵੀ ਤੁਹਾਡੇ ਸਾਹਮਣੇ ਹੈ ਕਿ ਪਿਛਲੇ ਦਿਨੀ ਜਿਹੜਾ ਦਿੱਲੀ ਸਟੇਟ ਗੌਰਮੈਂਟ ਜਿਹੜੀ ਹੈ 500 ਰੁਪਇਆ ਦਿੱਲੀ ਸਟੇਟ ਗੌਰਮੈਂਟ, 500 ਰੁਪਇਆ ਜਿਹੜੀ ਪੰਜਾਬ ਸਟੇਟ ਗੌਰਮੈਂਟ ਔਰ 1500 ਰੁਪਇਆ ਜਿਹੜੀ ਕੇਂਦਰ ਸਰਕਾਰ, ਇਹਨਾਂ ਤਿੰਨਾਂ ਦੀ ਇੱਕ ਸਾਂਝੀ ਪ੍ਰਪੋਜ਼ਲ ਹੈ ਜਿਹੜੀ ਦੋਨਾਂ ਗੌਰਮੈਂਟਸ ਨੇ ਜਿਹੜੀਆਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜੀ ਸੀ ਕਿ ਪਰਾਲੀ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪਰਾਲੀ ਤੋਂ ਜਿਹੜਾ ਪ੍ਰਦੂਸ਼ਣ ਵੀ ਜਿਹੜਾ ਹੁੰਦਾ ਹੈ, ਔਰ ਇੱਕ ਪਾਸੇ ਆਪਾਂ ਪ੍ਰਦੂਸ਼ਣ ਤੋਂ ਬਚਣਾ ਹੈ, ਦੂਜੇ ਪਾਸੇ ਜਿਹੜਾ ਇਹ ਪਰਾਲੀ ਹੈ ਜਿਹੜੀ ਚੰਗੀ ਵਰਤੋਂ ਜਿਹੜੀ ਹੈ ਉਹ ਭਾਵੇਂ ਉਹਦੇ ਕੀ ਤਰੀਕੇ ਹੋ ਸਕਦੇ ਨੇ, ਤੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਡਿਬੇਟ ਹੋਣੀ ਹੈ। ਬਿਲਕੁਲ, ਥੋੜਾ ਜਿਹਾ ਵਕਫਾ ਤੁਹਾਨੂੰ ਮੈਂ ਟੋਕਣ ਲੱਗਿਆ ਵਿੱਚੋਂ। ਦੇਖੋ, ਪਰਾਲੀ ਦਾ ਮੁੱਦਾ ਜਾਂ ਸੈਸ਼ਨ ਦੀ ਆਪਾਂ ਗੱਲ ਕਰਦੇ ਹਾਂ, ਬਿਲਕੁਲ ਸਹੀ ਗੱਲ ਹੈਗੀ ਆ। ਪਰਾਲੀ ਦੇ ਬਾਰੇ ਜਿੱਦਾਂ ਦਾ ਵਾਤਾਵਰਨ ਦੀ ਗੱਲ ਹੈ, ਸਾਰੇ ਹੀ ਚਿੰਤਤ ਹੈਗੇ ਆ,
ਪਰ ਉਹ ਸਵਾਲ ਤਾਂ ਇਹ ਹੁੰਦਾ ਹੈ ਕਿ ਜੇ ਆਪਾਂ ਕੇਂਦਰ ਦੀ ਗੱਲ ਕਰਦੇ ਹਾਂ ਵੀ 1500 ਉਹਨਾਂ ਨੇ, 500 ਦਿੱਲੀ ਨੇ ਜਾਂ 500 ਪੰਜਾਬ ਨੇ, ਹੁਣ ਉਹ ਗੱਲ ਤਾਂ ਕਿਧਰੇ ਸਿਰੇ ਚੜੀ ਨਹੀਂ। ਹੁਣ ਗੱਲ ਤਾਂ ਇਹ ਵੀ ਕਿਸ ਤਰੀਕੇ ਨਾਲ ਕਿਸਾਨ ਕਹਿ ਰਹੇ ਕਿਸ ਤਰ੍ਹਾਂ ਅੱਗਾਂ ਲਾਵਾਂਗੇ, ਮਾਮਲਾ ਤਾਂ ਕਿਸੇ ਸਿਰੇ ਲੱਗਿਆ ਨਹੀਂ ਨਾ। ਆਪਾਂ ਵਿਧਾਨ ਸਭਾ 'ਚ ਲਿਆ ਉਹ ਚਾਹੇ ਜਿੱਦਾਂ ਮਰਜ਼ੀ ਕਰ ਲਓ। ਉਹਨਾਂ ਨੇ ਇਹ ਠੁਕਰਾ ਦਿੱਤਾ, ਕੇਂਦਰ ਨੇ ਠੁਕਰਾ ਦਿੱਤਾ। ਹੁਣ ਇਹ ਹੈ ਸਟੇਟ ਗਵਰਨਮੈਂਟ ਨੇ ਦੇਖਣਾ ਹੈ ਕਿ ਸਾਰਿਆਂ ਨੇ ਬੈਠ ਕੇ ਜੁੜ ਮਿਲ ਕੇ ਸਾਰਿਆਂ ਨੇ ਇਹ ਕਿਤੇ ਤੈਅ ਕਰਨਾ ਹੈ ਵੀ ਇਹਦਾ ਕੀ ਹੱਲ ਕੀਤਾ ਜਾਵੇ, ਕਿਵੇਂ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ, ਕਿਵੇਂ ਜਿਹੜਾ ਪਰਾਲੀ ਗਾਲਣ ਦਾ ਮਸਲਾ ਹੱਲ ਕੀਤਾ ਜਾ ਸਕੇ, ਤਾਂ ਕਿ ਕਿਸਾਨ ਜਿਹੜੇ ਇਸ ਚੀਜ਼ ਦਾ ਯੋਗ ਹੱਲ ਚਾਹੁੰਦੇ ਨੇ ਤਾਂ ਉਹਦਾ ਕਿਹੜੇ ਤਰੀਕੇ ਨਾਲ ਆਪਾਂ ਕਿਸੇ ਸੋਲੂਸ਼ਨ ਵੱਲੋਂ ਵੱਧ ਸਕੀਏ। ਬਿਲਕੁਲ ਸਮਝੋ। ਦੁਆਰਾ ਨੇ ਆਪਾਂ ਤੁਹਾਡੇ ਵੱਲ ਜਿਹੜਾ ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈਏ। ਢਿੱਲੋਂ ਸਾਹਿਬ ਇਸੇ ਮਾਮਲੇ ਤੇ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਮੈਂ ਤੁਹਾਡੇ ਤੋਂ ਸਵਾਲ ਲੈ ਰਿਹਾ। ਉਸ ਤੋਂ ਬਾਅਦ ਦੇ ਵਿੱਚ ਦੇਖੋ ਸੰਧੂ ਸਾਹਿਬ ਦਾ ਕਹਿਣਾ ਕਿ ਕੁਝ ਟਕਰਾਅ ਦੇ ਬਾਅਦ ਜਿਹੜਾ ਹੈਗਾ ਮੁੜ ਕੇ ਸੈਸ਼ਨ ਜਿਹੜਾ ਬੁਲਾਇਆ ਗਿਆ, ਕੁਝ ਇੱਦਾਂ ਦੀਆਂ ਸਥਿਤੀਆਂ ਬਣੀਆਂ ਸੀ, ਪਰ ਹੁਣ ਸੈਸ਼ਨ ਹੋ ਰਿਹਾ। ਜਿਨ੍ਹਾਂ ਮੁੱਦਿਆਂ ਦੀ ਗੱਲ ਕੀਤੀ ਹੈ, ਪਰਾਲੀ ਦੀ ਗੱਲ ਕੀਤੀ ਹੈ, ਬਿਜਲੀ ਦੀ ਗੱਲ ਕੀਤੀ ਹੈ, ਦੂਜੇ ਮੁੱਦਿਆਂ ਦੀ ਗੱਲ ਕੀਤੀ ਹੈ, ਇਹ ਤਾਂ ਹਾਈ ਹੈ। ਪਰ ਵੱਡਾ ਸਵਾਲ ਇਹ ਵੀ ਹੈ ਕਿ ਸੈਸ਼ਨ ਦੇ ਅੰਦਰ ਇਹ ਮੁੱਦਿਆਂ ਦਾ ਵਿਚਾਰਿਆ ਜਾਣਾ ਸੰਭਵ ਹੈ ਜਾਂ ਸੈਸ਼ਨ ਜਿਹੜਾ ਹੈਗਾ ਸਿਆਸਤ ਦੀ ਭੇਂਟ ਝੜ ਕੇ ਰਹਿ ਜਾਵੇਗਾ, ਕਿਉਂਕਿ ਹੁਣ 24 ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਸੈਸ਼ਨ ਦੇ ਵਿੱਚ। ਜੀ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਸੈਸ਼ਨ ਤਾਂ ਆਮ ਆਦਮੀ ਪਾਰਟੀ ਨੇ ਸਿਰਫ ਤੇ ਸਿਰਫ ਆਪਣੀ ਸਿਆਸਤ ਦੀ ਜਿੱਦ ਪੂਰੀ ਕਰਨ ਲਈ ਬੁਲਾਇਆ ਹੈ। ਕਿ ਜਿਵੇਂ ਅਸੀਂ ਦੇਖਿਆ ਪਿਛਲੇ 1 ਹਫ਼ਤੇ ਤੋਂ ਕਿਵੇਂ ਟਕਰਾਅ ਚੱਲ ਰਿਹਾ ਸੀ ਇਹਨਾਂ ਦਰਮਿਆਨ ਅਤੇ ਗਵਰਨਰ ਜੀ ਦਰਮਿਆਨ, ਕਿ ਉਹ ਕਹਿ ਰਹੇ ਸੀ ਕਿ ਸੈਸ਼ਨ ਕਿਉਂ ਬੁਲਾਉਣਾ, ਤੇ ਅੱਗੋਂ ਕਹਿ ਰਹੇ ਸੀ ਕਿ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਬਾਰ-ਬਾਰ ਉਹਨਾਂ ਦੀ ਤਹਿਸ ਤੇ ਆਪਰੇਸ਼ਨ ਲੋਟਸ ਦਾ ਜਿਹੜਾ ਇਹਨਾਂ ਨੇ ਝੂਠ ਮਾਰਿਆ ਉਸ ਨੂੰ ਸਾਬਿਤ ਕਰਨ ਲਈ ਇਹਨਾਂ ਨੇ ਸੈਸ਼ਨ ਬੁਲਾਇਆ ਸੀ। ਬਟ ਸੈਸ਼ਨ ਬੁਲਾਉਣ ਤੋਂ ਪਹਿਲਾਂ ਜਿਹੜੇ ਕਾਂਗਰਸ ਉੱਥੇ ਸਵਾਲ ਉਠਾਏਗੀ, ਸਵਾਲ ਕੀ ਨੇ ਕਿ ਭਾਈ ਇਹ ਸੈਸ਼ਨ ਦੀ ਗੱਲ ਆਈ ਆਪਰੇਸ਼ਨ ਲੋਟਸ ਕਰਕੇ, ਜਿੰਨੇ ਆਪਰੇਸ਼ਨ ਲੋਟਸ ਤੁਹਾਡੇ ਨਾਲ ਕੀਤਾ ਉਹਦੇ ਤੇ ਪਰਚਾ ਕਿਉਂ ਨਹੀਂ ਤੁਸੀਂ ਦਰਜ ਕਰਵਾਇਆ, ਕਿਉਂ ਅਨਆਇਡੈਂਟੀਫਾਈਡ ਪਰਸਨਸ ਦੇ ਅਗੇਂਸਟ ਪਰਚਾ ਦਰਜ ਹੋਇਆ। ਕੀ ਸਿੱਧੂ ਸਾਹਿਬ, ਮੇਰਾ ਇੰਦਰਜੀਤ ਜੀ ਕੋਲ ਸਵਾਲ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਕੋਈ ਰਿਸ਼ਵਤ ਦਿੰਦਾ ਹੈ ਜਾਂ ਤੁਹਾਡੇ ਤੋਂ ਰਿਸ਼ਵਤ ਲੈਂਦਾ ਹੈ, ਸਾਡੇ ਕੋਲ ਇਸ ਨੰਬਰ ਤੇ ਕਾਲ ਕਰੋ, ਅਸੀਂ ਉਸ ਤੇ ਪਰਚਾ ਦਰਜ ਕਰਾਂਗੇ। ਬਟ ਇਹ ਸਰਕਾਰ ਦੇ ਐਮਐਲਏ ਨੂੰ ਬ੍ਰਾਈਬ ਆਫਰ ਹੁੰਦੀ ਹੈ। ਕੀ ਬ੍ਰਾਈਬ ਆਫਰ ਕਰਨਾ ਆਫੈਂਸ ਨਹੀਂ? ਬਿਲਕੁਲ ਆਫੈਂਸ ਹੈ। ਕਿਸ ਨੇ ਆਫਰ ਕੀਤੀ? ਜਲੰਧਰ ਦੇ ਇਹਨਾਂ ਦੇ ਵਿਧਾਇਕ ਸ਼ੀਤਲ ਜੀ ਕਹਿੰਦੇ ਨੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀ ਦਿੱਤੀਆਂ। ਕਿ ਨੰਬਰਾਂ ਤੋਂ ਤੁਹਾਡੇ ਕੋਲੋਂ ਟਰੇਸ ਨਹੀਂ ਹੋਇਆ? ਡੀਜੀਪੀ ਸਾਹਿਬ ਕੋਲ ਤੁਸੀਂ ਗਏ ਸੀ ਕਿ ਕਿਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ? ਕਿਸੇ ਬੰਦੇ ਤੇ ਬਾਈ ਨੇਮ ਪਰਚਾ ਹਾਲੇ ਤੱਕ ਦਰਜ ਨਹੀਂ ਕਰ ਸਕੇ। ਕਿ ਜਿਹੜੀ ਸਰਕਾਰ ਆਪਾਂ ਨੂੰ ਆਪਣੇ ਐਮਐਲਏਸ ਨੂੰ ਰਿਸ਼ਵਤ ਦੇਣ ਵਾਲਿਆਂ ਨੂੰ ਨਹੀਂ ਫੜ ਸਕੀ, ਇੰਨੇ ਪੈਸੇ ਪੰਜਾਬ ਵਿੱਚ ਪਏ ਨੇ, ਇਹਨਾਂ ਦੇ ਫਾਈਨੈਂਸ ਮਿਨਿਸਟਰ ਨੇ ਕਿਹਾ 1325 ਕਰੋੜ, ਉਹਨਾਂ ਨੂੰ ਨਹੀਂ ਫੜ ਸਕੀ। ਉਹ ਆਮ ਲੋਕਾਂ ਦੀ ਕਰਪਸ਼ਨ ਹੈਲਪਲਾਈਨ ਤੇ ਕੀ ਕਰੇਗੀ? ਅੱਗੇ ਗੱਲ ਮੈਂ ਕਰਾਂ ਵਿਧਾਨ ਸਭਾ ਵਿੱਚ ਵਿਚਾਰੇ ਜਾਣ ਵਾਲੇ ਮੁੱਦੇ, ਇਹਨਾਂ ਗੱਲ ਕੀਤੀ ਪਰਾਲੀ ਦੀ ਕਿ ਅਸੀਂ 500 ਰੁਪਈਆ ਦੇਣਾ ਸੀ ਤੇ ਸੈਂਟਰ ਨੂੰ ਅਸੀਂ ਆਹ ਪ੍ਰਪੋਜ਼ਲ ਭੇਜਿਆ। ਭਾਈ ਸਾਹਿਬ ਤੁਸੀਂ ਝੂਠ ਬੜਾ ਸੋਹਣਾ ਮਾਰਦੇ ਹੋ, ਹਾਲੇ ਤੱਕ ਸਿੱਧੀ ਬਜਾਈ ਲਈ ਜਿਹੜੇ ਕਿਸਾਨਾਂ ਤੋਂ ਸਿੱਧੀ ਬਜਾਈ ਕਰਵਾਈ ਹੈ ਉਹਦੇ ਰਿਲੇਟਡ ਤੁਸੀਂ ਕੋਈ ਪੈਸੇ ਨਹੀਂ ਜਾਰੀ ਕਰ ਸਕੇ। ਤੁਸੀਂ ਸੈਂਟਰ ਨੂੰ ਭੇਜਿਆ ਕਿ 420 ਕਰੋੜ ਰੁਪਈਆ ਦਿਓ, ਸੈਂਟਰ ਨੇ ਤੁਹਾਨੂੰ ਮਨਾ ਕਰ ਦਿੱਤਾ ਤੇ ਹੁਣ ਤੁਸੀਂ ਝੱਗਾ ਖਾਲੀ ਕਰਕੇ ਖਲੋ ਗਏ ਹੋ। ਕੀ ਇਹ ਤੁਹਾਨੂੰ ਸ਼ੋਭਾ ਦਿੰਦਾ ਹੈ? ਤੁਸੀਂ ਝੂਠੇ ਵਾਅਦੇ ਕਰਦੇ ਹੋ। ਅੱਗੇ ਗੱਲ ਜਿਹੜੀ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਉਠਾਏਗੀ, ਇਹਨਾਂ ਨੇ ਸਿੱਧੂ ਸਾਹਿਬ ਇਹਨਾਂ ਤੋਂ ਮੈਂ ਪੁੱਛਣਾ ਚਾਹਾਂ ਕਿ ਜਿਹੜੀ ਰੇਤਾ ਸਾਡੇ ਟਾਈਮ 2500 3000 ਨੂੰ ਸੈਂਕੜਾ ਸੀ, ਜਿਹੜੀ ਇਹ ਕਹਿੰਦੇ ਸੀ ਉਹ ਮਹਿੰਗਾਈ ਡਾਇਨ ਵਰਗੀ ਹੈ, ਉਹੀ ਰੇਤਾ 8000 ਨੂੰ ਹੁਣ ਡਾਰਲਿੰਗ ਹੋ ਗਈ। ਉਹ ਰੇਤਾ ਦੇ ਭਾਵ ਕਿਵੇਂ ਡਿੱਗਣਗੇ? ਇੱਕ ਮਾਨਿਕ ਗੋਇਲ ਜੀ ਆਰਟੀਆਈ ਐਕਟਿਵਿਸਟ ਨੇ, ਉਹਨਾਂ ਨੇ ਆਰਟੀਆਈ ਪਾਈ ਤੇ ਆਰਟੀਆਈ ਤੋਂ ਪੰਜਾਬ ਸਰਕਾਰ ਵੱਲੋਂ ਖੁਲਾਸਾ ਹੋਇਆ ਕਿ ਮਹਿਜ 2 ਖੱਡਾਂ ਇਸ ਸਮੇਂ ਜਿਹੜੀਆਂ ਲੀਗਲੀ ਚੱਲ ਰਹੀਆਂ ਨੇ, ਫਿਰ ਬਾਕੀ ਸਾਰੇ ਪੰਜਾਬ 'ਚ ਰੇਤਾ ਕਿੱਥੋਂ ਆ ਰਹੀ ਹੈ? ਜੀ ਢਿੱਲੋਂ ਸਾਹਿਬ ਬਹੁਤ ਸਾਰੇ ਮੁੱਦੇ ਆ, ਬਿਲਕੁਲ ਵੱਡੇ ਮੁੱਦੇ। ਆਪਾਂ ਉਹਨਾਂ ਮੁੱਦਿਆਂ 'ਤੇ ਮੈਂ ਦੁਬਾਰਾ ਆਵਾਂਗਾ। ਆਪਾਂ ਜਿਹੜਾ ਸ਼ੁਰੂਆਤ ਜਿਹੜਾ ਹੈਗਾ ਸਵਾਲ ਹੈ ਕਿ ਬਾਕੀ ਮਹਿਮਾਨਾਂ ਨੂੰ ਵੀ ਮੌਕਾ ਦੇਈਏ ਸੈਸ਼ਨ ਦੇ ਮੁੱਦੇ ਨੂੰ ਲੈ ਕੇ। ਜਿਹੜਾ ਮਠਾੜੂ ਸਾਹਿਬ ਇਸੇ ਮਾਮਲੇ ਤੇ ਮੈਂ ਤੁਹਾਡੇ ਤੋਂ ਸਵਾਲ ਹੋ ਰਿਹਾ, ਜਿੱਦਾਂ ਮੈਂ ਕਿਹਾ ਕਿ ਵੀ 25 ਘੰਟੇ 24 ਘੰਟੇ ਦਾ ਸਮਾਂ, ਉਸ ਤੋਂ ਵੀ ਘੱਟ ਸਮਾਂ ਰਹਿ ਗਿਆ ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਹੋਣ ਜਾ ਰਿਹਾ ਹੈ। ਮੁੱਦਿਆਂ ਦੀ ਗੱਲ ਜਿੱਦਾਂ ਬਾਕੀ ਮਹਿਮਾਨਾਂ ਨੇ ਵੀ ਕੀਤੀ ਹੈ, ਕੀ ਤੁਹਾਨੂੰ ਲੱਗਦਾ ਕੱਲ ਮੁੱਦਿਆਂ ਦੀ ਰਾਜਨੀਤੀ ਹੋਏਗੀ ਜਾਂ ਜਿਹੜਾ ਹੈਗਾ ਜਿੱਦਾਂ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਜਾਂ ਦੂਜੀਆਂ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਸੈਸ਼ਨ ਜਿਹੜਾ ਸਿਰਫ ਇਸ ਗੱਲ ਹੀ ਕਿ ਭਰੋਸਗੀ ਦੇ ਮਤੇ ਨੂੰ ਲੈ ਕੇ ਜਾਂ ਜਿਹੜਾ ਆਪਰੇਸ਼ਨ ਲੋਟਸ ਦੇ ਮੁੱਦੇ ਤੇ ਹੀ ਕੇਂਦਰਿਤ ਰਹੇਗਾ?
ਸਿੱਧੂ ਸਾਹਿਬ ਦੇਖੋ, ਦੋ ਗੱਲਾਂ। ਜਿਹੜਾ ਸੈਸ਼ਨ ਇਹਨਾਂ ਨੇ ਪਹਿਲਾਂ ਬੁਲਾਇਆ ਸੀ 22 ਤਰੀਕ ਨੂੰ, ਜੀ ਜਿਹੜਾ ਇਹਨਾਂ ਦਾ ਡਿਸਪਿਊਟ ਪੈ ਗਿਆ, ਗਵਰਨਰ ਨੇ ਜਿਹੜੀ ਪਰਮਿਸ਼ਨ ਨਹੀਂ ਦਿੱਤੀ, ਉਹ ਸੈਸ਼ਨ ਬੁਲਾਉਣ ਦਾ ਪਰਪਸ ਫਲੋਰ ਟੈਸਟ ਕਰਨ ਦਾ ਸੀ ਇਹਨਾਂ ਦਾ। ਜਦੋਂ ਗਵਰਨਰ ਨੇ ਆਪਣੀਆਂ ਪਾਵਰਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਸੰਵਿਧਾਨ ਪੜ੍ਹੋ, ਸੰਵਿਧਾਨ ਮੁਤਾਬਕ ਤੁਸੀਂ ਇਹ ਸੈਸ਼ਨ ਬੁਲਾ ਨਹੀਂ ਸਕਦੇ, ਮੇਰੇ ਕੋਲੇ ਪਾਵਰ ਹੈ, ਮੈਂ ਤੁਹਾਨੂੰ ਇਸ ਵਾਸਤੇ ਰੋਕ ਸਕਦਾ, ਸਾਰਾ ਉਹਨਾਂ ਨੇ ਪੜ੍ਹਿਆ। ਇਹਨਾਂ ਨੇ ਪੰਜਾਬ ਨੂੰ ਗੁੰਮਰਾਹ ਕਰਨ ਵਾਸਤੇ ਇਹਨਾਂ ਨੇ ਸੈਸ਼ਨ ਦੁਬਾਰਾ 27 ਤਰੀਕ ਨੂੰ ਬੁਲਾਇਆ, ਜਿਹੜਾ ਕਿ ਬੁਲਾ ਸਕਦੇ ਆ। ਇਹ ਮੁੱਦਿਆਂ ਤੇ ਸੈਸ਼ਨ ਬੁਲਾਇਆ ਜਾ ਸਕਦਾ ਔਰ ਬੁਲਾਉਣਾ ਵੀ ਚਾਹੀਦਾ ਹੈ। ਅਗਰ ਸੈਸ਼ਨ ਬੁਲਾ ਕੇ ਪੰਜਾਬ ਦੇ ਮੁੱਦੇ ਡਿਸਕਸ ਹੋਣੇ ਹੁੰਦੇ ਆ ਤਾਂ ਉਹ ਹੋਣੇ ਚਾਹੀਦੇ ਆ, ਕਿਉਂਕਿ ਹੁਣ ਇਹਨਾਂ ਨੇ ਇੱਕ ਦਿਨ ਦਾ ਸੈਸ਼ਨ ਕਿਉਂ ਬੁਲਾਇਆ? ਕਿਉਂਕਿ ਇਹਨਾਂ ਦੀ ਮਿੱਟੀ ਪਲੀਤ ਹੋ ਗਈ। ਗਵਰਨਰ ਨੇ ਜਦੋਂ ਇਹਨਾਂ ਨੂੰ ਝਾੜ ਪਾਤੀ ਕਿ ਆਹ ਮੇਰੀਆਂ ਪਾਵਰ ਹੈ, ਮੈਂ ਤੁਹਾਨੂੰ ਰੋਕ ਸਕਦਾ ਇਸ ਆਪਰੇਸ਼ਨ ਤੋਂ, ਸੌਰੀ ਇਸ ਸੈਸ਼ਨ ਤੋਂ ਤੁਹਾਨੂੰ ਰੋਕ ਸਕਦਾ, ਇਹ ਤੁਸੀਂ ਨਹੀਂ ਫਲੋਰ ਟੈਸਟ ਕਰ ਸਕਦੇ। ਜਦੋਂ ਤੁਹਾਡਾ ਕੋਈ ਹਲੇ ਤੱਕ ਕੋਈ ਮਤਾ ਨਹੀਂ ਆਇਆ, ਨੋ ਕੌਨਫੀਡੈਂਸ ਦਾ ਮਤਾ ਨਹੀਂ ਆਇਆ, ਨਹੀਂ ਤੁਸੀਂ ਇਹ ਬੁਲਾ ਸਕਦੇ। ਤਾਂ ਇਹਨਾਂ ਨੇ ਚਲਾਕੀ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਇਹਨਾਂ ਨੇ ਪਰਾਲੀ ਔਰ ਬਿਜਲੀ ਦਾ ਮੁੱਦਾ ਰੱਖ ਕੇ ਦੇਖੋ ਜਿਵੇਂ ਅਸੀਂ ਪਾਕਿਸਤਾਨ ਦੀ ਜੰਗ ਜਿੱਤ ਲਈ ਹੁੰਦੀ ਹੈ, ਗਵਰਨਰ ਨੂੰ ਅਸੀਂ ਹਰਾਤਾ ਬਈ, ਅਸੀਂ ਗਵਰਨਰ ਨੂੰ ਮੰਨਣਾ ਪਿਆ ਸਾਡਾ। ਮਠਾੜੂ ਸਾਹਿਬ ਇਹਨਾਂ ਮੁੱਦਿਆਂ ਤੇ ਦੇਖੋ, ਮਠਾੜੂ ਸਾਹਿਬ ਜਿਹੜਾ ਸੰਵਿਧਾਨਕ ਤੌਰ ਤੇ ਕੋਈ ਧਿਰ ਜਿਹੜੀ ਹਾਕਮ ਧਿਰ ਹੈ, ਇਹਨਾਂ ਮੁੱਦਿਆਂ ਤੇ ਸੈਸ਼ਨ ਦਾ ਬੁਲਾ ਹੀ ਸਕਦੀ ਸੀ ਨਾ। ਬੁਲਾ ਸਕਦੀ ਹੈ, ਬਿਲਕੁਲ ਬੁਲਾ ਸਕਦੀ ਹੈ। ਮੈਂ ਤਾਂ ਕਹਿਣਾ ਹੈ ਬਿਲਕੁਲ ਬੁਲਾਉਣਾ ਚਾਹੀਦਾ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਮੁੱਦਿਆਂ ਤੇ ਬਿਜਲੀ ਤੇ ਔਰ ਪਰਾਲੀ ਤੇ ਸੈਸ਼ਨ ਬੁਲਾਇਆ। ਮੈਂ ਤਾਂ ਕਹਿਣਾ BBMB ਤੇ ਮੁੱਦੇ ਤੇ ਵੀ ਬੁਲਾਉਣਾ ਚਾਹੀਦਾ, ਚੰਡੀਗੜ੍ਹ ਦੇ ਮੁੱਦੇ ਤੇ ਵੀ ਬੁਲਾਉਣਾ ਚਾਹੀਦਾ, ਯੂਨੀਵਰਸਿਟੀ ਦੇ ਮੁੱਦੇ ਤੇ ਵੀ ਬੁਲਾਉਣਾ ਚਾਹੀਦਾ, ਵਿਧਾਨ ਸਭਾ ਦੇ ਵੀ ਬੁਲਾਉਣਾ ਚਾਹੀਦਾ, ਔਰ ਜਿਹੜਾ 500 ਕਰੋੜ ਰੁਪਏ ਦਾ ਸ਼ਰਾਬ ਦਾ ਘੁਟਾਲਾ ਹੈ ਉਹ ਤੇ ਸਾਰੇ ਮੁੱਦੇ ਡਿਸਕਸ ਹੋਣੇ ਚਾਹੀਦੇ ਆ। 1000 ਰੁਪਏ ਜਿਹੜਾ ਲੇਡੀਜ਼ ਨੂੰ ਦੇਣਾ, ਉਹ ਤੇ ਮੇਰਾ ਕਹਿਣ ਦਾ ਪਰਪਸ, ਅਗਰ ਸੈਸ਼ਨ ਪੰਜਾਬ ਦੇ ਮੁੱਦਿਆਂ ਨੂੰ ਡਿਸਕਸ ਕਰਨ ਵਾਸਤੇ ਬੁਲਾਇਆ ਜਾਂਦਾ ਹੈ ਤਾਂ ਵਧੀਆ ਗੱਲ ਹੈ। ਜੀ ਇਹਨਾਂ ਨੂੰ ਇਹ ਵੀ ਗੱਲ ਨਹੀਂ ਕਹਿਣੀ ਚਾਹੀਦੀ ਜਿਵੇਂ ਪਿੱਛੇ ਜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਡੀ ਕੋਈ ਵਿਰੋਧੀ ਧਿਰ ਨਹੀਂ, ਨਾ ਸਾਡਾ ਕੋਈ ਵਿਰੋਧੀ ਹੈ, ਸਾਰੇ ਖਤਮ ਹੋ ਗਏ, ਬਸ ਹੌਲੀ ਸੌਲੀ ਅਸੀਂ ਆ ਤੇ ਸਾਡੀ ਵਿਰੋਧੀ ਧਿਰ ਹੈ ਜਿਹੜੀ ਉਹ ਪੰਜਾਬ ਦੇ ਲੋਕ ਆ। ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਰੋਧੀ ਧਿਰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ, ਨਾ ਕਿ ਉਹ ਵਿਰੋਧੀ ਧਿਰ। ਵਿਰੋਧੀ ਧਿਰ ਉਹ ਲੋਕ ਨੇ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਬੈਠੇ ਆ, ਤੁਹਾਡੇ ਤੇ ਸਵਾਲ ਚੁੱਕਦੇ ਆ। ਸੈਸ਼ਨ ਬੁਲਾਉਣਾ ਚਾਹੀਦਾ, ਪਰ ਜੇ ਉੱਥੇ ਇਹਨਾਂ ਨੇ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਿਰਫ ਫਲੋਰ ਟੈਸਟ ਹੀ ਕਰਨਾ, ਮੁੱਦਿਆਂ ਦੀ ਗੱਲ ਨਹੀਂ ਕਰਨੀ, ਤਾਂ ਉੱਥੇ ਟਕਰਾਅ ਵਾਲੀ ਸਥਿਤੀ ਹੋਏਗੀ। ਵਿਰੋਧੀ ਧਿਰਾਂ ਜਿਹੜੀਆਂ ਉਹ ਰੌਲਾ ਪਾਉਣਗੀਆਂ, ਉਹਨਾਂ ਨੇ ਸਵਾਲ ਚੁੱਕਣੇ ਆ, ਉਹ ਸਵਾਲਾਂ ਤੋਂ ਭੱਜ ਨਹੀਂ ਸਕਦੇ। ਜੀ ਮਠਾੜੂ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ ਬੀਬਾ ਰਾਮੂ ਵਾਲੀਆ ਜੀ। ਬਾਕੀ ਮਹਿਮਾਨਾਂ ਦੀ ਆਪੋ ਆਪਣੀ ਰਾਏ, ਜੇ ਆਪਾਂ ਜ਼ਿਕਰ ਕਰਦੇ ਹਾਂ ਤਾਂ ਭਾਜਪਾ ਬੇਸ਼ੱਕ ਸਦਨ ਦੇ ਅੰਦਰ ਤਾਂ ਉਹਦੀ ਬੜੀ ਨਿਗੂਣੀ ਜੀ ਗਿਣਤੀ ਹੈ, ਪਰ ਜੇ ਮੁੱਦੇ ਦੀ ਗੱਲ ਕਰਦੇ ਤਾਂ ਭਾਜਪਾ ਸਿੱਧੇ ਤੌਰ ਤੇ ਇਸ ਮੁੱਦੇ ਨਾਲ ਜੁੜੀ ਹੈ। ਕਿਉਂਕਿ ਆਪ ਵੱਲੋਂ ਕਿਹਾ ਗਿਆ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਗਈ ਹੈ ਕਿ ਪੰਜਾਬ ਨੇ ਰੋਕਿਆ ਉਸ ਨੂੰ। ਗਵਰਨਰ ਦੇ ਮੁੱਦੇ ਦੀ ਗੱਲ ਕਰ ਲਈ ਕਿ ਗਵਰਨਰ ਨੇ ਕਿਸ ਤਰੀਕੇ ਨਾਲ ਪਹਿਲਾਂ ਸੈਸ਼ਨ ਰੱਦ ਕੀਤਾ, ਹੁਣ ਸੈਸ਼ਨ ਹੋ ਰਿਹਾ। ਕਿਵੇਂ ਦੇਖਦੇ ਹੋ ਸਾਰੀ ਸਥਿਤੀ ਨੂੰ? ਆਪ ਦਾ ਦਾਅਵਾ ਹੈ ਕਿ ਵੀ ਅਸੀਂ ਸਰਕਾਰ ਹਾਂ, ਲੋਕਾਂ ਨੇ ਸਾਨੂੰ 92 ਜਿਹੜੇ ਵਿਧਾਇਕ ਜਿਤਾ ਕੇ ਭੇਜਿਆ, ਤੇ ਕਿਉਂ ਨਹੀਂ ਸੈਸ਼ਨ ਲੋਕਾਂ ਦੇ ਮੁੱਦਿਆਂ ਤੇ ਕੀਤਾ ਜਾ ਸਕਦਾ? ਦੇਖੋ ਜੀ, ਪਹਿਲਾਂ ਤਾਂ ਆਮ ਆਦਮੀ ਪਾਰਟੀ ਇਹ ਸਮਝਦੀ ਆ ਕਿ ਨਾ ਸਾਡਾ ਪ੍ਰਧਾਨ ਮੰਤਰੀ ਆਪਦਾ ਤੇ ਨਾ ਰਾਸ਼ਟਰਪਤੀ ਤੇ ਨਾ ਹੀ ਸਾਡਾ ਗਵਰਨਰ ਆਪਦਾ। ਇਹ ਹਰ ਚੀਜ਼ ਨੂੰ ਪਰਾਇਆ ਸਮਝਦੇ ਆ। ਜਿਵੇਂ ਇਹਨਾਂ ਨੇ ਗਵਰਨਰ ਸਾਹਿਬ ਲਈ ਅਪਸ਼ਗਨ ਸ਼ਬਦ ਵਰਤੇ ਔਰ ਜੋ ਇਹਨਾਂ ਨੇ ਭਾਸ਼ਾ ਵਰਤੀ, ਜੋ ਉਹਨਾਂ ਦਾ ਵਿਰੋਧ ਕੀਤਾ, ਇਹ ਬਣਦਾ ਨਹੀਂ ਸੀ, ਕਿਉਂਕਿ ਉਹ ਰਾਸ਼ਟਰਪਤੀ ਤੇ ਗਵਰਨਰ ਸਮੁੱਚੇ ਦੇਸ਼ ਦੇ ਹੁੰਦੇ, ਉਹ ਕਿਸੇ ਪਾਰਟੀ ਨੂੰ ਸੰਬੰਧਿਤ ਨਹੀਂ ਹੁੰਦੇ। ਪ੍ਰਧਾਨ ਮੰਤਰੀ ਵੀ ਸਮੁੱਚੇ ਦੇਸ਼ ਦੇ ਹੁੰਦੇ, ਪਰ ਫਿਰ ਵੀ ਉਹ ਕਿਸੇ ਪਾਰਟੀ ਨੂੰ ਸੰਬੰਧਿਤ ਹੁੰਦੇ, ਕਿਉਂਕਿ ਜਿਹੜੀ ਪਾਰਟੀ ਪਾਵਰ 'ਚ ਹੁੰਦੀ ਹੈ, ਮੁੱਖ ਮੰਤਰੀ ਦਾ ਵੀ ਹੈ। ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਦੇ ਮੁੱਖ ਮੰਤਰੀ ਸਾਹਿਬ ਦੇ ਸਮਝਦੇ ਹਾਂ, ਭਾਵੇਂ ਮੈਂ BJP 'ਚ, ਸਾਡੇ ਲਈ ਤਾਂ ਸਤਿਕਾਰਯੋਗ ਤੇ ਮਾਣਯੋਗ ਹੈ। ਇਹਦੇ ਵਿੱਚ ਇਸ ਆਮ ਆਦਮੀ ਪਾਰਟੀ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਗਵਰਨਰ ਸਾਹਿਬ ਨੂੰ। ਜੋ ਵੀ ਸ਼ਬਦ ਇਹਨਾਂ ਨੇ ਵਰਤੇ ਅਵਰੋਧਤਾ ਦੇ ਕਾਰਨ, ਇਹਨਾਂ ਨੇ ਇੰਨਾ ਵੱਡਾ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਖੁਦ ਇਹ ਉਹਨਾਂ ਦੇ ਖਿਲਾਫ ਸ਼ਬਦਾਵਲੀ ਵਰਤੀ ਆ, ਔਰ ਗੌਰਵ ਰਾਘਵ ਚੱਡਾ ਨੇ ਵੀ ਵਰਤੀ ਹੈ। ਇਹ ਇਹਨਾਂ ਨੂੰ ਨਹੀਂ ਵਰਤਣੇ ਚਾਹੀਦੇ ਸੀ। ਬਹੁਤ ਮਾੜੀ ਗੱਲ ਹੈ। ਜਿਵੇਂ ਸਾਰੇ ਹੀ ਪੈਨਲਿਸਟ ਨੇ ਦੱਸਿਆ ਹੈ, ਜਿਹੜਾ ਸੰਵਿਧਾਨ ਦੇ ਅਨੁਸਾਰ
ਅਨੁच्छੇਦ ਦੇ ਅਨੁਸਾਰ 167 ਤੇ 168 ਅਨੁਸਾਰ ਵਿਧਾਨ ਸਭਾ ਦਾ ਸੈਸ਼ਨ ਸਿਰਫ ਉਦੋਂ ਹੀ ਬੁਲਾਇਆ ਜਾ ਸਕਦਾ ਜਦੋਂ ਕੋਈ ਮੁੱਦੇ ਰੱਖੇ ਜਾਣ ਸਾਹਮਣੇ ਕਿ ਅਸੀਂ ਇੰਨੇ ਮੁੱਦੇ ਤੇ ਡਿਸਕਸ਼ਨ ਕਰਨੀ ਹੈ। ਇਹ ਇਸ ਗੱਲ ਨੂੰ ਰੱਖਣ 'ਚ ਫੇਲ ਹੋ ਗਏ। ਜਿਵੇਂ ਠਾਕੁਰ ਸਾਹਿਬ ਨੇ ਵੀ ਕਿਹਾ ਕਿ ਇਹ ਆਪਦੀ ਤਾਕਤ ਦਿਖਾਉਣਾ ਚਾਹੁੰਦੇ ਸੀ। ਇਹਨਾਂ ਨੂੰ ਡਰ ਪੈ ਗਿਆ। ਜਿਹੜਾ ਆਪਰੇਸ਼ਨ ਲੋਟਸ ਸੀ ਇਹ ਇਹਨਾਂ ਨੇ ਆਪਣੇ ਆਪ ਬਣਾਇਆ ਕਿਉਂਕਿ ਇਹਨਾਂ ਦੇ ਉੱਤੇ ਕਰਜ਼ਾ ਹੈ। ਫਿਰ ਇਹਨਾਂ ਨੂੰ ਇੱਕ ਫਾਈਨ ਲੱਗ ਗਿਆ ਪੰਜਾਬ ਨੂੰ ਕਿ ਥਾਂ ਥਾਂ ਤੇ ਕੂੜਾ ਕਰਕਟ ਪਿਆ। 2000 ਕਰੋੜ ਰੁਪਏ ਦੀ ਭਾਰੀ ਫਾਈਨ ਲੱਗ ਗਈ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ। ਉਹ ਵੀ ਇਹਨਾਂ ਨੂੰ ਇਹ ਸਾਰੀਆਂ ਇਹਨਾਂ ਚੀਜ਼ਾਂ ਨੂੰ ਲੁਕਾਉਣਾ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਕੁਝ ਦੇ ਨਹੀਂ ਸਕੇ। ਤਾਂ ਇਹਨਾਂ ਨੇ ਫਿਰ ਖੁਦ ਆਪਣੇ ਆਪ 'ਚ ਬਣਾਇਆ ਕਿ ਆਪਰੇਸ਼ਨ ਲੋਟਸ ਹੋ ਗਿਆ ਜੀ। ਸਾਨੂੰ ਫੇਕ ਕਾਲ ਆਉਂਦੀਆਂ। ਪੰਜਾਬ ਦੀ ਪੁਲਿਸ ਕੋਲੇ ਐਸੇ ਹਥਿਆਰ ਆ, ਐਸੀ ਟੈਕਨੋਲੋਜੀ ਆ ਕਿ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਬੱਚੀ ਨੇ ਵੀਡੀਓ ਬਣਾਇਆ। ਉਹਨਾਂ ਨੇ ਮਿੰਟੋ ਮਿੰਟ ਹੀ ਕੱਢ ਕੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ। ਤੇ ਉਹਦੇ ਲਈ ਹੈਗਾ ਤੇ ਐਡੇ ਐਮਐਲਏ ਨੂੰ ਫੇਕ ਕਾਲਾਂ ਆਉਣ ਤੇ ਉਹਦੇ ਲਈ ਨਹੀਂ ਹੈਗਾ। ਇਹ ਸਾਰਾ ਝੂਠ ਬੋਲਦੇ ਆ। ਬਸ ਮੈਂ ਇੱਕੋ ਹੀ ਸੈਕਿੰਡ ਹੋਰ ਖਤਮ ਕਰੀ। ਜਿਹੜਾ ਇਹਨਾਂ ਨੇ ਪਹਿਲ ਸੈਸ਼ਨ ਬੁਲਾਈ ਦਾ ਉਹਦੇ ਤੇ 70 ਤੋਂ 1 ਕਰੋੜ ਰੁਪਏ 70 ਲੱਖ ਤੋਂ 1 ਕਰੋੜ ਰੁਪਇਆ ਖਰਚਾ ਆਉਂਦਾ। ਪੰਜਾਬ ਦੇ ਰਾਜਪਾਲ ਨੇ ਆਪਦੀ ਸੰਵਿਧਾਨ ਦੀ 174 ਧਾਰਾ ਵਰਤ ਕੇ ਆਪਦੇ ਜਿਹੜੇ ਉਹਨਾਂ ਦੀ ਸ਼ਕਤੀ ਉਹਨੂੰ ਦਿਖਾ ਕੇ ਪੰਜਾਬ ਦਾ 1 ਕਰੋੜ ਰੁਪਈਆ ਬਚਾਇਆ ਕਿ ਤੁਹਾਡੀ ਸ਼ਕਤੀ ਪਰਖਣ ਲਈ ਤੁਹਾਡੇ ਕੋਲ ਇੰਨਾ ਭਾਰੀ ਬਹੁਮਤ ਆ। ਫਿਰ ਵੀ ਤੁਸੀਂ ਜਿਹੜਾ ਡਰਾਮਾ ਕਰਨ ਲੱਗੇ ਹੋ ਮੈਂ ਇਹਦੇ ਲਈ ਬਿਲਕੁਲ ਪੈਸੇ ਨਹੀਂ ਖਰਚ ਹੋਣ ਦੇਵਾਂਗਾ। ਉਹਨਾਂ ਨੇ ਸਾਡੇ ਲਈ ਫੇਵਰ ਕੀਤਾ, ਪੰਜਾਬ ਨੂੰ ਬਚਾਇਆ। ਹੁਣ ਇਹ ਮੁੱਦੇ ਲੈ ਕੇ ਆਏ, ਚਾਹੇ ਝੂਠੇ ਸੱਚੇ, ਚਾਹੇ ਅੱਖਾਂ ਨੂੰ ਥੁੱਕ ਲਾ ਰਹੇ ਜਾਂ ਜੋ ਵੀ ਆ, ਪਰ ਜੋ ਹੁਣ ਮੁੱਦੇ ਮੂਹਰੇ ਰੱਖਦੇ ਤੇ ਉਹਨਾਂ ਨੇ ਇਹਨਾਂ ਨੂੰ ਹਾਂ ਕਰਤੀ। ਔਰ ਬੀਜੇਪੀ ਨੂੰ ਇਹ ਵੱਡੀ ਤਰੀਕੇ ਨਾਲ ਬਦਨਾਮੀ ਕਰ ਰਹੇ ਆ। ਮੈਂ ਦੱਸਣਾ ਚਾਹੂੰਗੀ ਆਪਾਂ ਫੇਰ ਆਨੇ ਚਲੋ ਠੀਕ ਹੈ ਰਮਗੋਲੇ ਜੀ, ਫੇਰ ਆਨੇ ਇਸ ਮੁੱਦੇ ਤੇ ਆਪਾਂ ਜਵਾਬ ਲੈ ਲਈਏ। ਕਾਫੀ ਜਵਾਬ ਇਕੱਠੇ ਹੋ ਗਏ ਆ। ਸੰਧੂ ਸਾਹਿਬ, ਜਿੱਦਾਂ ਪੰਜਾਬੀ 'ਚ ਕਹਿੰਦੇ ਆ ਕਿ ਸਾਰਾ ਕੱਟ ਸਾਹ ਦੀ ਪੂਰੀ ਤੇ ਅੱਜ ਸਰਕਾਰ ਵੱਲੋਂ ਜਵਾਬ ਤੁਸੀਂ ਦੇਣੇ ਸੁਭਾਵਿਕ ਹੈ ਕਿਉਂਕਿ ਸੈਸ਼ਨ ਬੁਲਾਇਆ ਜਾ ਰਿਹਾ ਔਰ ਤੁਸੀਂ ਨੁਮਾਇੰਦਗੀ ਕਰਦੇ ਹੋ ਉਸ ਧਿਰ ਦੀ। ਜਿਨ੍ਹਾਂ ਮੁੱਦਿਆਂ ਤੇ ਚਰਚਾ ਕੀਤੀ ਜਾ ਰਹੀ ਹੈ, ਦੇਖੋ ਵਿਰੋਧੀ ਧਿਰਾਂ ਦਾ ਸੰਧੂ ਸਾਹਿਬ ਵਿਰੋਧੀ ਧਿਰਾਂ ਦਾ ਕਹਿਣਾ ਹੈ ਚਾਹੇ ਗੱਲ ਪਰਾਲੀ ਦੀ ਹੈ ਜਾਂ ਬਿਜਲੀ ਦੀ ਗੱਲ ਹੈ, ਉਹਨਾਂ ਮੁੱਦਿਆਂ ਤੇ ਗੱਲ ਹੋਵੇ ਤਾਂ ਕਹਿੰਦੇ ਵਾਜਬ ਗੱਲ ਹੈਗੀ ਹੈ। ਪਰ ਇਹ ਤਾਂ ਆਪਰੇਸ਼ਨ ਲੋਟਸ ਹੈ, ਉਸ ਨੂੰ ਲੈ ਕੇ ਆਪਣੀ ਭਰੋਸਗੀ ਦਾ ਜਿਹੜਾ ਮਤਾ ਪਹਿਲਾਂ ਪੇਸ਼ ਨਹੀਂ ਹੋ ਸਕਿਆ, ਫਿਰ ਦੁਬਾਰਾ ਸੈਸ਼ਨ ਬੁਲਾਇਆ ਗਿਆ। ਔਰ ਭਾਜਪਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਚਾਹੇ ਮੁੱਖ ਮੰਤਰੀ ਨੇ ਕੀਤੀ ਚਾਹੇ ਦੂਜੇ ਮੰਤਰੀਆਂ ਨੇ ਕੀਤੀ ਗਵਰਨਰ ਦੇ ਬਾਰੇ 'ਚ, ਉਹ ਵੀ ਸ਼ੋਭਾ ਨਹੀਂ ਦਿੰਦੀ। ਇਹਨਾਂ ਮੁੱਦਿਆਂ ਤੇ ਮਾਫੀ ਮੰਗਣੀ ਚਾਹੀਦੀ ਹੈ ਆਮ ਆਦਮੀ ਨੂੰ ਤੇ ਸਰਕਾਰ ਨੂੰ। ਸੋ ਕਿਧਰੇ ਨਾ ਕਿਧਰੇ ਨਜ਼ਰ ਆ ਰਿਹਾ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹਨਾਂ ਮੁੱਦਿਆਂ ਤੇ ਸਾਰਥਕ ਬਹਿਸ ਦੀ ਥਾਂ ਪਹਿਲਾਂ ਹੀ ਜਿਹੜਾ ਸ਼ੁਰੂ ਹੋਣ ਤੋਂ ਪਹਿਲਾਂ ਟਕਰਾਅ ਦੀ ਭੇਂਟ ਚੜ੍ਹਦਾ ਨਜ਼ਰ ਆ ਰਿਹਾ ਹੈ, ਕਿਉਂਕਿ ਮੁੱਦਿਆਂ ਤੇ ਟਕਰਾਅ ਹੈ ਤੇ ਟਕਰਾਅ ਤੇ ਸੈਸ਼ਨ ਦੇ ਅੰਦਰ ਵੀ ਟਕਰਾਅ ਰੋਕਿਆ ਨਹੀਂ ਜਾ ਸਕੇਗਾ। ਜੀ ਸਿੱਧੂ ਸਾਹਿਬ ਵੇਖੋ, ਮੈਨੂੰ ਤਾਂ ਇਹ ਲੱਗ ਰਿਹਾ ਵੀ ਨਾ ਤਾਂ ਇਹਨਾਂ ਨੂੰ ਆਪਰੇਸ਼ਨ ਲੋਟਸ ਨਾਲ ਕੋਈ ਮਤਲਬ ਹੈ, ਕਿਉਂਕਿ ਨਾ ਹੀ ਇਹਨਾਂ ਨੂੰ ਕੋਈ ਪਰਾਲੀ ਨਾਲ ਮਤਲਬ ਹੈ, ਨਾ ਹੀ ਇਹਨਾਂ ਨੂੰ ਕੋਈ ਬਿਜਲੀ ਦੇ ਮੁੱਦੇ ਨਾਲ ਮਤਲਬ ਹੈ। ਇਹਨਾਂ ਨੂੰ ਮਤਲਬ ਹੈ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਤੱਕ, ਕਿਉਂਕਿ ਆਪਰੇਸ਼ਨ ਲੋਟਸ ਵੇਲੇ ਵੀ ਵੇਖੋ ਗੰਭੀਰ ਮੁੱਦਾ ਸੀ, ਗੰਭੀਰ ਵਿਸ਼ਾ ਸੀ। ਤੁਸੀਂ ਇਹ ਵੇਖੋ ਕਿ ਦੇਸ਼ ਦੇ ਵਿੱਚ 385 ਦੇ ਕਰੀਬ ਐਮਐਲਏ ਦੀ ਖਰੀਦੋ ਫਰੋਖਤ ਹੋ ਗਈ ਹੋਵੇ, ਸਰਕਾਰਾਂ ਦੀਆਂ ਸਰਕਾਰਾਂ ਡੇਗ ਦਿੱਤੀਆਂ, 20-30 ਐਮਐਲਏ ਇੱਧਰਲੀਆਂ ਪਾਰਟੀਆਂ 'ਚ ਉੱਧਰ ਜਾ ਰਹੇ ਨੇ, ਕੋਈ ਉਹ ਪ੍ਰੇਰਿਤ ਹੋ ਕੇ ਸੰਧੂ ਸਾਹਿਬ ਖਰੀਦਣ ਵਾਲਿਆਂ ਨੂੰ ਫੜਿਆ ਕਿਉਂ ਨਹੀਂ? ਤੁਸੀਂ ਫੜਿਆ ਕਿਉਂ ਨਹੀਂ ਗ੍ਰਿਫਤਾਰ ਕੀਤਾ ਹਾਲੇ ਤੱਕ ਕਿਸੇ ਨੂੰ? ਕੀ ਪੰਜਾਬ ਦਾ ਡੀਜੀਪੀ ਇੰਨਾ ਨਾਕਾਮ ਹੈ ਕਿ ਟ੍ਰੇਸ ਨਹੀਂ ਕਰ ਸਕਿਆ? ਹੈਰਾਨੀ ਵਾਲੀ ਗੱਲ ਇਹ ਹੈ ਵੀ ਕਾਂਗਰਸ ਨੇ ਅੱਜ ਤੱਕ ਇੰਡੀਆ ਦੇ ਵਿੱਚ ਕਦੇ ਅਰਜੀ ਤੱਕ ਨਹੀਂ ਕਿਸੇ ਗੱਲ ਦੀ ਦਿੱਤੀ ਵੀ ਆਹ ਜਿਹੜਾ ਕੰਮ ਬੜਾ ਦੁਰਭਾਗਿਆਪੂਰਨ ਹੋ ਰਿਹਾ, ਔਰ ਇਹਨਾਂ ਨੇ ਕਦੇ ਇਹ ਨਹੀਂ ਆਖਿਆ ਵੀ ਇਹ ਲੋਕਤੰਤਰ ਦਾ ਕਤਲ ਹੋ ਰਿਹਾ। ਇਹਨਾਂ ਨੇ ਕਦੇ ਇੰਡੀਆ ਤੇ ਕਦੇ ਵੀ ਕਿਸੇ ਸਟੇਟ ਤੇ ਚੰਗੀ ਤਰ੍ਹਾਂ ਵਿਰੋਧ ਤੱਕ ਵੀ ਨਹੀਂ ਕੀਤਾ। ਇਸ ਕਰਕੇ ਜਿੱਥੇ ਬੀਜੇਪੀ ਇਹਦੇ ਵਾਸਤੇ ਜ਼ਿੰਮੇਵਾਰ ਹੈ ਖਰੀਦਣ ਵਾਸਤੇ, ਉੱਥੇ ਜਿਹੜੀ ਕਾਂਗਰਸ ਹਮੇਸ਼ਾ ਨਾਕਾਮ ਸਾਬਤ ਹੋਈ। ਇਹ ਵੀ ਬਰਾਬਰ ਦੇ ਇਹਦੇ ਵਾਸਤੇ ਆਪਾਂ ਜਵਾਬ ਲੈ ਲਈਏ ਸੰਧੂ ਸਾਹਿਬ ਜਵਾਬ ਲੈ ਲਈਏ ਨਾਲ ਦੀ ਨਾਲ ਜਿਹੜਾ ਗੱਲ ਲੰਬੀ ਹੋ ਜਾਂਦੀ ਹੈ। ਢਿੱਲੋਂ ਸਾਹਿਬ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਤੇ ਅਰਜੀ ਤੱਕ ਨਹੀਂ ਦਿੱਤੀ, ਜੋ ਕਾਂਗਰਸ ਦੇ ਖਿਲਾਫ ਗੱਲਾਂ ਹੋਈਆਂ, ਜੇ ਅਸੀਂ ਆਵਾਜ਼ ਉਠਾਈ ਹੈ ਤਾਂ ਸਾਡੇ ਹੀ ਵਿਰੋਧ ਕੀਤਾ ਜਾ ਰਿਹਾ। ਜੀ ਢਿੱਲੋਂ ਸਾਹਿਬ। ਸੰਧੂ ਸਾਹਿਬ ਸ਼ਾਇਦ ਤੁਸੀਂ ਇਸ ਗੱਲ ਤੋਂ ਜਾਣੋ ਨਹੀਂ ਕਿ ਕਾਂਗਰਸ ਨੇ ਹਰ ਗੱਲ ਤੇ ਇਸ ਦਾ ਵਿਰੋਧ ਕੀਤਾ। ਅੱਜ ਰਾਹੁਲ ਗਾਂਧੀ ਜੀ ਭਾਰਤ ਜੋੜੋ ਯਾਤਰਾ ਕਰ ਰਹੇ ਨੇ ਕੇਰਲਾ ਤੋਂ,
ਉਹਨਾਂ ਨੇ ਆਪਣੀ ਭਾਰਤ ਜੋੜੋ ਯਾਤਰਾ ਅਗਰ ਤੁਸੀਂ ਫੋਲੋ ਕਰ ਰਹੇ ਹੋ, ਉੱਥੇ ਵੀ ਇੱਕ ਗੱਲ ਉਹਨਾਂ ਰੱਖੀ ਕਿ ਜਿਹੜਾ ਅੱਜ ਭਾਰਤ ਦੇ ਦੇਸ਼ ਵਿੱਚ ਸੰਵਿਧਾਨਿਕ ਤਰੀਕਿਆਂ ਨਾਲ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਇਸ ਤਰੀਕੇ ਨਾਲ ਖਰੀਦੋ ਫਰੋਖਤ ਹੋ ਰਹੀ ਹੈ, ਉਹ ਵੀ ਭਾਰਤ ਜੋੜੋ 'ਚ ਇੱਕ ਮੁੱਦਾ ਹੈ ਕਿ ਉਹ ਏਦਾਂ ਨਹੀਂ ਹੋਣਾ ਚਾਹੀਦਾ। ਅੱਗੇ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਸੰਧੂ ਸਾਹਿਬ ਕਿ ਪੰਜਾਬ ਦਾ ਡੀਜੀਪੀ ਇੰਨਾ ਨਾਕਾਬਿਲ ਹੋ ਚੁੱਕਾ ਕਿ ਹਾਲੇ ਤੱਕ ਪੰਜਾਬ ਪੁਲਿਸ ਟ੍ਰੇਸ ਨਹੀਂ ਕਰ ਸਕੀ, कि जिन्हें तो हांडे एमएलए नु कॉल से कहा सी कि हमारे साथ आ जाओ आपकी साहिब से मुलाकात करवाएंगे, ये शब्द तो हांडे एमएलए दे ने हाले तक पता नहीं चलिया कि साहिब से मुलाकात कौन करवाने लगा सी। संधू साहब जांच होनी है। संधू साहब ढिल्लों साहब जांच कितने दिन 10 तक जेडी पार्टी 10 संधू साहब संधू साहब ਤੁਹਾਡੀ ਪਾਰਟੀ संधू साहब ਮੈਨੂੰ ਮੇਰੀ ਗੱਲ ਪੂਰੀ ਕਰ ਲੈਣ ਦਿਓ। ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ, ਤੁਸੀਂ ਕੀ ਹੱਲ ਕਰ ਲਿਆ, ਤੁਸੀਂ ਸਾਡੇ ਤੋਂ ਕੀ ਹੱਲ ਕਰ ਲਿਆ? ਤੁਹਾਡੇ ਕੋਲ ਪੁਲਿਸ ਹੈ, ਸਾਡੇ ਕੋਲ ਪੁਲਿਸ ਨਹੀਂ ਸੀ, ਤੁਸੀਂ ਕੀ ਕਰ ਲਿਆ? ਪੂਰਨ ਬਹੁਮਤ ਹੋਣ ਦੇ ਬਾਵਜੂਦ ਵੀ ਤੁਸੀਂ ਅੱਜ ਤੱਕ ਕਿਸੇ ਨੂੰ ਫੜਿਆ ਨਹੀਂ। ਅੱਗੇ ਮੇਰੀ ਗੱਲ ਦਾ ਜਵਾਬ ਲੈ ਲਓ ਸੰਧੂ ਸਾਹਿਬ, ਮੇਰੀ ਗੱਲ ਦਾ ਗੱਲ ਲੈ ਲਓ। ਢਿੱਲੋਂ ਸਾਹਿਬ सर ਤੁਹਾਡੀ ਪਾਰਲੀਮੈਂਟ ਮੁਕਤ, ਆਮ ਆਦਮੀ ਪਾਰਟੀ ਕੋਲ ਤਾਂ ਇੱਕ ਵੀ ਐਮਪੀ ਨਹੀਂ, ਪਾਰਲੀਮੈਂਟ ਮੁਕਤ ਹੋ ਚੁੱਕੀ ਹੈ, ਪਾਰਲੀਮੈਂਟ ਮੁਕਤ ਹੋ ਚੁੱਕੀ ਤੁਹਾਡੀ ਪਾਰਟੀ। ਕਿਹੜੀ ਗੱਲ ਤੁਸੀਂ ਕਰਦੇ ਹੋ? ਸੰਧੂ ਸਾਹਿਬ ਗੱਲ ਦਾ ਭਾਰਤ ਬਣਾ ਦਿੱਤਾ ਉਹਨਾਂ ਨੇ। ਸੰਧੂ ਸਾਹਿਬ ਸਵਾਲ ਲੈ ਲਓ, ਸਵਾਲ ਲੈ ਲਓ। ਤੁਸੀਂ ਰਾਹੁਲ ਜੀ ਤੁਸੀਂ ਆਮ ਆਦਮੀ ਪਾਰਟੀ ਦੀ ਇੱਕੋ ਇੱਕ ਨੀਤੀ ਹੈ ਕਿ ਖੁਦ ਆਪਣੇ ਮੂੰਹ ਤੇ ਚਪੇੜ ਮਾਰਦੇ ਨੇ, ਖੁਦ ਹੀ ਰੋ ਪੈਂਦੇ ਨੇ। ਆਮ ਆਦਮੀ ਪਾਰਟੀ ਦੀ ਖੁਦ ਆਪਣੇ ਮੂੰਹ ਤੇ ਥੱਪੜ ਮਾਰਦੇ ਨੇ, ਖੁਦ ਹੀ ਰੋ ਪੈਂਦੇ ਨੇ। ਤੁਹਾਡੇ ਕੋਲ ਕੋਈ ਟ੍ਰੇਸ ਨਹੀਂ ਹੋਇਆ। ਅੱਗੇ ਮੈਂ ਗੱਲ ਕਰਾਂ ਸਿੱਧੂ ਸਾਹਿਬ, ਤੁਹਾਨੂੰ ਤਾਂ ਰੋਣ ਵੀ ਨਹੀਂ ਦਿੰਦੇ। ਅੱਜ ਕੱਲ ਕੀ ਹੋਣਾ ਹੈ, ਕੱਲ ਕੀ ਹੋਏਗਾ ਮੈਂ ਦੱਸਦਾ ਤੁਹਾਨੂੰ। ਕੱਲ ਕੀ ਹੋਏਗਾ? ਕੱਲ ਕੇਜਰੀਵਾਲ ਤੇ ਰਾਘਵ ਚੱਡਾ ਤੁਹਾਨੂੰ ਚਿੱਠੀ ਭੇਜਣਗੇ, ਤੁਹਾਨੂੰ ਚਿੱਠੀ ਭੇਜਣਗੇ। ਜੋ ਚਿੱਠੀ ਭੇਜਣਗੇ ਭਗਵੰਤ ਮਾਨ ਜੀ ਉਹੀ ਬੋਲਣਗੇ। ਕੱਲ ਚਿੱਠੀ ਆਏਗੀ ਦਿੱਲੀ ਤੋਂ ਕਿ ਆ ਸੈਸ਼ਨ ਚ ਬੋਲਣਾ, ਤੇ ਇੱਕ ਪੁਤਲੀ ਮੁੱਖ ਮੰਤਰੀ ਬਣ ਚੁੱਕਾ ਸਰਦਾਰ ਭਗਵੰਤ ਸਿੰਘ ਮਾਨ, ਜਿਹੜਾ ਕਹਿੰਦਾ ਸੀ ਭਾਈ ਸਿਕਿਉਰਿਟੀ ਚਾਹੀਦੀ ਤਾਂ ਮੁਰਗੀ ਖਾਨਾ ਖੋਲ ਲਵੋ। ਅੱਜ ਉਸ ਦਿਨ ਲੁਧਿਆਣੇ ਮੇਲੇ ਚ ਗਿਆ, 1000 ਬੰਦੇ ਦੀ ਸਿਕਿਉਰਿਟੀ ਲੈ ਕੇ, ਕਿਸਾਨ ਉੱਥੇ ਮਾੜਾ ਚੰਗਾ ਬੋਲਦੇ ਸੀ। ਅੱਜ ਮੁੱਖ ਮੰਤਰੀ ਸਾਹਿਬ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ? ਕਿਉਂ 3000 ਬੰਦੇ ਦੀ 15 ਅਗਸਤ ਨੂੰ ਸਿਕਿਉਰਿਟੀ ਲੈ ਕੇ ਆਉਂਦੇ? ਮੈਨੂੰ ਦੱਸੋ। ਇੱਕ ਹੋਰ ਗੱਲ ਕਹੀ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਭਾਈ ਚੌਂਕ 'ਚ ਖੜ ਕੇ ਵੇਖ ਲਵੋ ਤਾਂ ਮੇਰੀ ਕਿੰਨੀ ਗੇਮ ਹੈ। ਸਿਕਿਉਰਿਟੀ ਦੇ ਵਿੱਚ ਬਹੁਤ ਵੱਡੀ ਕਟੌਤੀ ਹੋਈ ਹੈ। ਤੁਸੀਂ ਤੇ ਕੇਜਰੀਵਾਲ ਨੂੰ ਸਿਕਿਉਰਿਟੀ ਦੇ ਦਿੱਤੀ ਕਿ ਅਸੀਂ ਤੇ ਰਾਹੁਲ ਗਾਂਧੀ ਨੂੰ ਨਹੀਂ ਭੇਜੀ, ਅਸੀਂ ਰਾਹੁਲ ਗਾਂਧੀ ਨੂੰ ਸਿਕਿਉਰਿਟੀ ਨਹੀਂ ਭੇਜੀ, ਤੁਸੀਂ ਕੇਜਰੀਵਾਲ ਨੂੰ ਕਿਉਂ ਜੈਟ ਸਿਕਿਉਰਿਟੀ ਭੇਜੀ? ਮੇਰੀ ਗੱਲ ਦੇ ਜਵਾਬ ਦਿਓ। ਕਿਉਂ ਪੰਜਾਬ ਸਰਕਾਰ ਸਿਕਿਉਰਿਟੀ ਭੇਜ ਰਹੀ ਹੈ ਔਰ ਆਮ ਆਦਮੀ ਪਾਰਟੀ ਦੀ ਰਾਹੁਲ ਗਾਂਧੀ ਨੂੰ ਨਹੀਂ ਭੇਜੀ? ਹੁੰਦੀ ਹੈ। ਬਿਲਕੁਲ ਤੁਹਾਡਾ ਦੋਨੋਂ ਦਾ ਵਿਊ ਪੁਆਇੰਟ ਆ ਗਿਆ। ਬਿਲਕੁਲ ਆਪਾਂ ਫਿਰ ਮੌਕਾ ਦੇਵਾਂਗੇ, ਤੁਸੀਂ ਆਪਾਂ ਫਿਰ ਮੌਕਾ ਦੇਵਾਂਗੇ। ਤੁਹਾਡੀ ਗੱਲ ਹੋ ਰਹੀ ਹੈ ਮੇਰੇ ਬੱਚੇ ਤੁਸੀਂ ਬਿਜਲੀ ਦੇ ਵਿੱਚ ਨਹੀਂ ਹੈਗੇ। ਤੁਸੀਂ ਤੁਹਾਨੂੰ ਸਿਰਫ ਆਮ ਆਦਮੀ ਪਾਰਟੀ ਦਾ ਵਿਰੋਧ ਤੁਸੀਂ ਕੀ ਹੱਲ ਕੀਤਾ? ਤੁਸੀਂ ਕਿਹਾ ਅਸੀਂ ਕਿਸਾਨਾਂ ਤੇ ਪਰਚਾ ਦਰਜ ਕਰਾਂਗੇ। ਮੈਂ ਚੈਲੰਜ ਦੇਣਾ ਇੰਦਰਜੀਤ ਸਿੰਘ ਸੰਧੂ ਜੀ ਨੂੰ ਕਿ ਕਿਸਾਨਾਂ ਤੇ ਪਰਚਾ ਦਰਜ ਕਰੋ। ਪੰਜਾਬ ਸਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ ਆ। ਬਿਲਕੁਲ ਨਹੀਂ, ਬਿਲਕੁਲ ਨਹੀਂ ਏਦਾਂ ਹੁੰਦਾ। ਕਿਹੜਾ 500 ਰੁਪਇਆ? ਤੁਸੀਂ ਦਵਾਨੀ ਨਹੀਂ, ਤੁਸੀਂ ਸਿੱਧੀ ਬਜਾਈ ਵਾਲੇ ਨੂੰ ਰੁਪਇਆ ਨਹੀਂ ਦੇ ਸਕੇ। ਸਿੱਧੀ ਬਜਾਈ ਵਾਲੇ ਨੂੰ ਕੀ ਦਿੱਤਾ? ਸਿੱਧੀ ਬਜਾਈ ਵਾਲੇ ਨੂੰ ਕਿੰਨੇ ਪੈਸੇ ਦਿੱਤੇ? ਤੁਸੀਂ ਸਰਾਸਰ ਝੂਠ ਬੋਲ ਰਹੇ ਹੋ। ਤੁਹਾਡੇ ਮੰਤਰੀ ਸਾਹਿਬ ਕਹਿੰਦੇ ਅਸੀਂ ਪਰਚਾ ਦਰਜ ਕਰਾਂਗੇ, ਸਰਾਸਰ ਝੂਠ ਬੋਲ ਰਹੇ ਹੋ। ਤੁਹਾਡੇ ਕੋਲ ਕੋਈ ਨਹੀਂ, ਅਸੀਂ ਦੇ ਰਹੇ ਕੋਈ ਸੰਧੂ ਸਾਹਿਬ ਢਿੱਲੋਂ ਸਾਹਿਬ ਦੋਨਾਂ ਦੇ ਵਿਊ ਪੁਆਇੰਟ ਆ ਗਏ। ਇਦਾਂ ਤੁਹਾਡੀ ਬਹਿਸ ਅੱਗੇ ਨਹੀਂ ਚੱਲ ਪਾਏਗੀ। ਸਟੇਟ ਲੈਵਲ ਤੇ ਹਰ ਬਲਾਕ ਲੈਵਲ ਤੇ ਅਸੀਂ 5 ਮਸ਼ੀਨਾਂ ਜਿਹੜੀਆਂ। ਢਿੱਲੋਂ ਸਾਹਿਬ ਥੈਂਕ ਯੂ ਵੈਰੀ ਮਚ। ਤੁਹਾਡੀ ਗੱਲ ਆ ਗਈ ਸੰਧੂ ਸਾਹਿਬ, ਤੁਹਾਡੀ ਗੱਲ ਆ ਗਈ। ਬੀਬਾ ਰਾਮੂਵਾਲੀਆ ਜੀ ਕਾਫੀ ਦੇਰ ਤੋਂ ਇਸ ਮੁੱਦੇ ਤੇ ਜਵਾਬ ਦੇਣਾ ਚਾਹੁੰਦੇ ਆ ਜੀ। ਬੀਬਾ ਰਾਮੂਵਾਲੀਆ, ਮੈਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਖਰੀਦਣ ਪ੍ਰਸਤੁਤੀ ਦੀ ਗੱਲ ਕੀਤੀ ਆ। ਜਿਹੜਾ ਬਾਏ ਭਾਰਤ ਦੇ ਲਾਅ ਦੇ ਮੁਤਾਬਕ ਜੇ ਐਮਐਲਏ ਕਿਤੇ ਖਰੀਦਿਆ ਜਾਂਦਾ ਤਾਂ ਉਹਦੀ ਐਮਐਲਏਸ਼ਿਪ ਕੈਂਸਲ ਹੋ ਸਕਦੀ ਹੈ ਕਿ ਦੂਜੀ ਪਾਰਟੀ ਤੇ ਗਿਆ। ਫਿਰ ਤੁਸੀਂ ਪਹਿਲਾਂ ਕਿਹਾ 8 ਐਮਐਲਏ, ਫਿਰ 10, ਫਿਰ 20। ਪਹਿਲਾਂ ਤੁਸੀਂ ਬਣਾ ਤਾਂ ਲੈਂਦੇ ਵੀ ਅਸੀਂ ਕਿੰਨੇ ਐਮਐਲਏ ਕਹਿਣੇ ਆ। ਸਾਨੂੰ ਟੋਟਲ 59 ਐਮਐਲਏ ਚਾਹੀਦੇ ਹੋਣਗੇ ਤੁਹਾਡੀ ਸਰਕਾਰ ਤੋੜਨ ਲਈ। ਕਿੱਥੇ ਗੱਲ ਜਾ ਕੇ ਖੜਦੀ? ਝੂਠ ਬੋਲਣ ਲੱਗੇ ਥੋੜਾ ਜਿਹਾ ਉਹਦਾ ਵਜ਼ਨ ਕਰ ਲੈਂਦੇ। ਫਿਰ ਇਹੀ ਗੱਲ ਸਿਕਿਉਰਿਟੀ ਦੀ ਮੈਂ ਤੁਹਾਨੂੰ ਦੱਸ ਦੇਵਾਂ
ਕਿ ਸੀਐਮ ਸਾਹਿਬ ਦੇ ਆਪਣੇ ਖਾਤੇ 'ਚ 1400 ਬੰਦੇ ਦੀ ਸਿਕਿਉਰਿਟੀ ਚੱਲ ਰਹੀ ਹੈ। ਪਹਿਲਾ ਮੁੱਖ ਮੰਤਰੀ ਆ ਜਿਹਦੀ ਇੰਨੀ ਸਿਕਿਉਰਿਟੀ ਚੱਲ ਰਹੀ ਹੈ। ਮੈਨੂੰ ਦੱਸੋ ਉਹਨਾਂ ਨੂੰ ਕਾਹਦਾ ਖਤਰਾ? ਉਹ ਆਮ ਆਦਮੀ ਪਾਰਟੀ ਦੇ ਆਮ ਲੋਕਾਂ ਦੇ ਮੁੱਖ ਮੰਤਰੀ ਆ। ਇਹਦਾ ਮੈਨੂੰ ਜਵਾਬ ਦਿਓ। ਦੋ ਗੱਲਾਂ ਹੋਰ ਹੈ, ਕੇਜਰੀਵਾਲ ਸਾਹਿਬ ਨੂੰ ਤਾਂ ਸਾਡੀ ਪਰਾਲੀ ਦਾ ਧੂਆਂ ਅੱਖਾਂ ਨੂੰ ਲੱਗਦਾ ਸੀ ਤੇ ਉਹ ਕਿੱਥੋਂ ਪੈਸੇ ਦੇਣ ਲੱਗੇ ਆ? ਐਵੇਂ ਤੁਸੀਂ ਸਾਡੇ ਸਿਰ ਬੀਜੇਪੀ ਸਿਰ ਲਾ ਰਹੇ ਹੋ, ਕੇਂਦਰ ਸਿਰ ਲਾ ਰਹੇ ਹੋ। ਤੁਹਾਨੂੰ ਤਾਂ ਹਜੇ ਤੱਕ ਦਿੱਲੀ ਵਾਲਿਆਂ ਨੂੰ ਪੰਜਾਬ ਦਾ ਧੂਆਂ ਤੇ ਪੰਜਾਬੀ ਅੱਖਾਂ 'ਚ ਚੁੱਭਦੇ ਤਾਂ ਪੰਜਾਬੀਆਂ ਨੇ ਗਲਤੀ ਕਰ ਲਈ, ਹੁਣ ਪਛਤਾ ਰਹੇ ਤੁਹਾਨੂੰ ਇੰਨੀ ਪਾਵਰ ਦੇ ਕੇ। ਜਵਾਬ ਲੈ ਲਈ ਜੀ ਸੰਧੂ ਸਾਹਿਬ। ਕੀ ਕੀਤਾ? ਤੁਹਾਡਾ ਕੇਂਦਰ ਦਾ ਫਰਜ਼ ਬਣਦਾ ਹੈ, ਕੇਂਦਰ ਵੱਡਾ ਭਰਾ ਹੈ। ਜਦੋਂ ਪੰਜਾਬ ਸਟੇਟ ਤੋਂ ਕੇਂਦਰ ਜਿਹੜਾ ਟੈਕਸ ਲੈਂਦਾ ਹੈ ਤਾਂ ਕੇਂਦਰ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਸਟੇਟਾਂ ਦੇ ਕੰਮ ਆਵੇ। ਕੱਲਾ ਟੈਕਸ ਇਕੱਠਾ ਨਹੀਂ ਕੰਮ ਆ ਰਿਹਾ, ਤਾਈਓ ਤਾਂ ਤੁਹਾਨੂੰ 에어ਪੋਰਟ ਦਾ ਨਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਤਾ। ਪਰ ਜੇ ਤੁਸੀਂ ਪੁੱਠੀਆਂ ਗੱਲਾਂ ਕਰੋਗੇ, ਤੁਸੀਂ ਰਾਜਪਾਲ ਨੂੰ ਗਾਲਾਂ ਕੱਢੋਗੇ, ਉਹਨਾਂ ਨੂੰ ਮੰਦੇ ਸ਼ਬਦ ਬੋਲੋਗੇ, ਤੁਸੀਂ ਤਾਂ ਆਪਣਾ ਸਮਝਦੇ ਕਿਸੇ ਨੂੰ ਨਹੀਂ। ਤੁਸੀਂ ਤਾਂ ਇਹੀ ਚਾਹੁੰਦੇ ਹੋ ਕਿ ਸਿਰਫ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜੀ, ਆਮ ਪਬਲਿਕ ਤੋਂ ਬੜੀ ਦੁਖੀ ਹੋਈ ਪਈ ਆ ਹੁਣ ਇਸ ਵਕਤ। ਜੇ ਤੁਸੀਂ ਕੋਈ ਗੱਲ ਸਾਡੀ ਬਿਨਾਂ ਪੈਸਿਆਂ ਤੋਂ ਮੰਨ ਲੈਂਦੇ ਹੋ, ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਇਹ ਨਹੀਂ ਹੈਗਾ ਕਿ ਧੰਨਵਾਦ ਨਹੀਂ ਕੀਤਾ, ਮੁੱਖ ਮੰਤਰੀ ਸਾਹਿਬ ਨੇ ਵੀ ਕੀਤਾ। ਅਸੀਂ ਵੀ ਆਪਦੀਆਂ ਫੇਸਬੁੱਕ ਔਰ ਵੱਖ-ਵੱਖ ਸੋਸ਼ਲ ਮੀਡੀਆ ਤੇ ਅਸੀਂ ਜਾ ਕੇ ਖੁਦ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਦੱਸਦੀ ਖੁਦ ਮੇਰੀ ਤੁਸੀਂ ਫੇਸਬੁੱਕ ਇੰਦਰਜੀਤ ਸਿੰਘ ਸੰਧੂ ਸਰਚ ਕਰੋ, ਮੈਂ ਉੱਥੇ ਧੰਨਵਾਦ ਪਾਇਆ ਹੋਇਆ ਪ੍ਰਧਾਨ ਮੰਤਰੀ ਸਾਹਿਬ ਦਾ। ਇਹ ਨਹੀਂ ਹੈਗਾ ਕਿ ਕੀਤਾ ਨਹੀਂ, ਪਰ ਜਿੱਥੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਟੇਟ ਨੂੰ ਦਵੋ, ਤੁਸੀਂ ਉਹਨਾਂ ਦਾ ਬਣਦੇ ਹੱਕ ਦਵੋ। ਇਹ ਨਹੀਂ ਹੈਗਾ ਕਿ ਤੁਸੀਂ ਉੱਥੇ ਬਿਜਲੀ ਦਾ ਕੇਂਦਰੀਕਰਨ ਕਰ ਦਵੋ। ਅਸੀਂ ਜਿਹੜੀਆਂ ਸਬਸਿਡੀਆਂ ਦਿੰਦੀ ਆ, ਹੁਣੇ ਪ੍ਰਧਾਨ ਮੰਤਰੀ ਨੇ ਪੀਜੀਆਈ ਦਾ ਉਦਘਾਟਨ ਕਰਕੇ ਗਏ, ਫਿਰ ਫਿਰੋਜ਼ਪੁਰ ਵਾਲਾ ਪੀਜੀਆਈ ਦੇਣਾ ਚਾਹੁੰਦੇ ਆ। ਜੋ ਮੰਗਦੇ ਤੁਸੀਂ ਪੈਸੇ ਮੰਗੇ, ਪੈਸੇ ਦਿੱਤੇ, ਉਧਾਰ ਦਿੱਤਾ ਨਹੀਂ ਜੇ ਸਟੇਟ ਨੂੰ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਨਹੀਂ ਦਿੱਤਾ। ਤੁਹਾਡੇ ਆਪਣੇ ਢਿੱਡ ਨਹੀਂ ਭਰ ਰਹੇ। ਤੁਸੀਂ ਉਹਦਾ ਇਲਜ਼ਾਮ ਲਾਉਂਦੇ ਸੀ, ਤੁਸੀਂ ਉਹਦਾ ਇਲਜ਼ਾਮ ਲਾਉਂਦੇ ਸੀ ਸਾਰਾ ਪੈਸਾ ਪੰਜਾਬ ਦਾ ਚੱਕ ਕੇ ਤੁਸੀਂ ਲਾ ਰਹੇ ਹੋ ਉਹਦੇ ਤੇ ਐਡ ਤੇ, ਤਾਂ ਕਿ ਪੰਜਾਬ 'ਚ ਕੁਝ ਦਿੱਤਾ ਨਹੀਂ ਲੋਕਾਂ ਨੂੰ, ਔਰ ਲੋਕਾਂ ਨੂੰ ਗੁਜਰਾਤ ਵਿੱਚ ਦੱਸ ਰਹੇ ਹੋ ਕਿ ਅਸੀਂ ਬਹੁਤ ਕੁਝ ਦਿੱਤਾ। ਜਾ ਕੇ ਹਿਮਾਚਲ ਦੱਸ ਰਹੇ ਅਸੀਂ ਬਹੁਤ ਕੁਝ ਦਿੱਤਾ, ਹਰਿਆਣਾ 'ਚ ਕਹਿ ਰਹੇ ਬਹੁਤ ਕੁਝ ਦਿੱਤਾ ਤੁਸੀਂ ਕੁਝ ਵੀ ਨਹੀਂ। ਉਹੀ ਸਕੂਲ ਪਹਿਲਾਂ ਵੀ ਫ੍ਰੀ ਆ, ਦੁਬਾਰਾ ਫ੍ਰੀ ਕਰੀ ਜਾ ਰਹੇ ਹੋ। ਤੁਸੀਂ ਇਲਜ਼ਾਮ ਲਾਉਂਦੇ ਸੀ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਦੀ ਬੇਇੱਜ਼ਤੀ ਕਰਕੇ ਵਾਪਸ ਭੇਜ ਦਿੱਤਾ। ਪਰ ਫਿਰ ਵੀ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਆਦਰ ਸਤਿਕਾਰ ਨਾਲ ਇੱਥੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਦਾ ਪੂਰੀ ਮਹਿਮਾਨਨਵਾਜ਼ੀ ਕੀਤੀ। ਪਰ ਤੁਸੀਂ ਕਹਿੰਦੇ ਸੀ, ਚਲੋ ਸੰਧੂ ਸਾਹਿਬ ਤੁਹਾਡਾ ਵਿਊ ਵੀ ਆ ਗਿਆ, ਤੁਹਾਡਾ ਵਿਊ ਵੀ ਆ ਗਿਆ। ਤੁਸੀਂ ਚੀਜ਼ਾਂ ਕਹਿੰਦੇ ਸੀ, ਮੈਂ ਇੱਕ ਬੇਨਤੀ ਕਰਦਾ, ਜਿਹੜੀਆਂ ਚੀਜ਼ਾਂ ਕਹਿੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਹੁੰਦਿਆਂ ਬੇਇੱਜ਼ਤੀ ਕੀਤੀ ਔਰ ਪ੍ਰੋਜੈਕਟ ਮੁੜ ਗਏ ਨੇ। ਚਲੋ ਤੁਹਾਡਾ ਵਿਊ ਬਣ ਆ ਗਿਆ ਸੰਧੂ ਸਾਹਿਬ। ਕੌਣ ਕਹਿੰਦਾ ਤੁਹਾਨੂੰ ਉਹ ਪ੍ਰੋਜੈਕਟ ਹੁਣ ਤਾਂ ਤੁਹਾਡਾ? ਅੱਛਾ ਭਾਈ ਸਾਹਿਬ, ਮੇਰਾ ਇੱਕ ਸਵਾਲ ਹੈ ਤੁਹਾਨੂੰ, ਹੁਣ ਤੱਕ ਅਕਾਲੀ ਦਲ ਦੇ ਬੁਲਾਰੇ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਰਮੂ ਵਾਲੇ ਜੀ, ਮੈਂ ਜ਼ਰੂਰ ਤੁਹਾਡੇ ਵੱਲ ਜਿਹੜਾ ਸਵਾਲ ਲੈ ਕੇ ਆਉਣਾ। ਸੁਣ ਕੇ ਦੇ ਰਹੇ ਹੋ ਤੁਸੀਂ ਸਾਨੂੰ। ਜੀ ਸੰਧੂ ਸਾਹਿਬ, ਥੈਂਕ ਯੂ ਸੰਧੂ ਸਾਹਿਬ, ਮਿਹਰਬਾਨੀ। ਅਕਾਲੀ ਦਲ ਦੇ ਬੁਲਾਰੇ ਕਾਫੀ ਦੇਰ ਦੇ ਸੰਜਮ ਨਾਲ ਇੰਤਜ਼ਾਰ ਕਰ ਰਿਹਾ। ਮਟਾੜੂ ਸਾਹਿਬ, ਇਸ ਮੁੱਦੇ ਤੇ ਆਪ ਵਾਲੇ ਕਹਿ ਰਹੇ ਜੇ ਚੰਗੀ ਗੱਲ ਕੀਤੀ ਹੈ ਕੇਂਦਰ ਨੇ, ਤਾਂ ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ। ਪਰ ਜਿਨ੍ਹਾਂ ਮੁੱਦਿਆਂ ਤੇ ਲੜਾਈ ਹੈ, ਆਪਰੇਸ਼ਨ ਲੋਟਸ ਦੀ ਗੱਲ ਹੈ, ਜੇ ਖਰੀਦੋ ਫਰੋਖਤ ਦੀ ਗੱਲ ਹੈ, ਤੇ ਇਹਨਾਂ ਮੁੱਦਿਆਂ ਤੇ ਕਾਂਗਰਸ ਵੀ ਨਹੀਂ ਬੋਲੀ, ਹੋਰ ਵੀ ਨਹੀਂ ਬੋਲਿਆ। ਅਸੀਂ ਲੜਾਈ ਲੜਾਂਗੇ। ਦੇਖੋ, ਮੈਂ ਔਨ ਰਿਕਾਰਡ ਨਿਊਜ਼ ਚੈਨਲ ਤੇ ਸੰਧੂ ਸਾਹਿਬ ਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀ, ਅੱਜ ਵੀ ਕਿਹਾ, ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਹੈ। ਅਗਰ ਭਾਰਤੀ ਜਨਤਾ ਕੋਈ ਇਸ ਤਰ੍ਹਾਂ ਦੇ ਐਮਐਲਏ ਦੀ ਖਰੀਦੋ ਫਰੋਖਤ ਕਰਦੀ ਹੈ, ਅਸੀਂ ਕਦੋਂ ਇਸ ਗੱਲ ਨੂੰ ਮੁੱਕਰਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਨਹੀਂ ਕਰਦੀ ਹੈ। ਉਧਰ ਦੂਜੀਆਂ ਸਟੇਟਾਂ ਦੇ ਵਿੱਚ ਹੋਇਆ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ, ਇਹਨਾਂ ਨੂੰ ਮੈਂ ਵੀਡੀਓ ਵੀ ਭੇਜ ਦੂੰਗਾ ਨਿਊਜ਼ ਚੈਨਲ ਦੇ ਉੱਪਰ। ਤੁਹਾਡੇ ਵਾਈਟ ਹੈਗੀ ਹੈ ਮੰਤਰੀ ਸਾਹਿਬ ਦੀ, ਕੁਲਦੀਪ ਸਿੰਘ ਧਾਲੀਵਾਲ ਦੀ। ਉਹ ਕਹਿ ਰਹੇ ਨੇ ਸਾਡੇ ਐਮਐਲਏ ਸਾਹਿਬ ਨੂੰ ਖਰੀਦਣ ਵਾਸਤੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨੇ ਪੂਰਾ ਜ਼ੋਰ ਲਾ ਰੱਖਿਆ ਹੈ। ਉਹਨਾਂ ਨੂੰ ਨਾਮ ਦਾ ਪਤਾ ਹੈ, ਪਰ ਜਿਹੜੀ FIR ਨੰਬਰ 3 ਮਹਾਲੀ ਥਾਣੇ ਦੇ ਵਿੱਚ ਦਰਜ ਤੁਸੀਂ ਕੀਤੀ ਹੈ, 10 ਤੁਹਾਡੇ ਐਮਐਲਏ, ਇੱਕ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਉਹਦੇ ਚ ਮਦਈ ਆ। ਉਸ FIR ਦੇ ਵਿੱਚ ਸਿਰਫ ਇਹ ਲਿਖਿਆ ਗਿਆ ਕਿ ਸੀਨੀਅਰ ਜਿਹੜੀ ਲੀਡਰਸ਼ਿਪ ਹੈ, ਟੌਪ ਲੀਡਰਸ਼ਿਪ ਹੈ, ਉਹ ਖਰੀਦਣਾ ਚਾਹੁੰਦੀ ਆ, ਉਹਨਾਂ ਦਾ ਨਾਮ ਨਹੀਂ ਦਰਜ ਹੋਇਆ।
ਜਦੋਂ ਤੁਹਾਡੇ ਮੰਤਰੀ ਨੂੰ ਪਤਾ ਵੀ ਅਮਿਤ ਸ਼ਾਹ ਔਰ ਸ਼੍ਰੀ ਨਰਿੰਦਰ, ਫਿਰ ਉਹਨਾਂ ਦਾ ਨਾਮ ਡੀਡੀਆਰ ਵੱਲੋਂ ਕਿਉਂ ਨਹੀਂ ਕੀਤਾ ਗਿਆ? ਸਾਡੇ ਡੀਜੀਪੀ FIR ਕੀਤਾ ਕਿਉਂਕਿ ਇਹਨਾਂ ਤੇ ਮੁੜ ਕੇ ਪਰਚਾ ਹੋ ਜਾਂਦਾ ਉਲਟਾ, ਤਾਂ ਆਪਾਂ ਜਵਾਬ ਦੇ ਲਈਏ ਇਹਨਾਂ ਦਾ ਕਰਕੇ ਵੀ ਕੀਤਾ ਨਹੀਂ। ਸੰਧੂ ਸਾਹਿਬ ਨਾਲੇ ਸ਼ੋਭਾ ਕੱਟਣੀ ਚਾਹੁੰਦੇ, ਬੱਲੇ ਬੱਲੇ। ਜੀ ਮਟਾੜੋ ਜੀ ਆਪਣੀ ਗੱਲ ਮੁਕੰਮਲ ਕਰ ਲਓ ਪਲੀਜ਼। ਪੂਰੀ ਫਿਰ ਦੇ ਵਿੱਚ ਨਹੀਂ ਬੋਲਿਆ। ਜੀ। ਮੈਂ ਇੱਕ ਗੱਲ ਕਹਿਣੀ ਚਾਹਣਾ, ਸਾਡੇ ਵੱਡੇ ਭਾਈ ਸੰਧੂ ਸਾਹਿਬ ਅੱਜ ਲੇਲੜੀਆਂ ਕੱਢ ਰਹੇ ਆ, ਕਦੇ ਕਾਂਗਰਸ ਨੂੰ ਬਈ ਤੁਸੀਂ ਨਹੀਂ ਬੋਲਦੇ, ਕਦੇ ਅਕਾਲੀ ਦਲ ਨੂੰ ਬਈ ਤੁਸੀਂ ਨਹੀਂ ਬੋਲਦੇ। ਭਾਈ ਸਾਹਿਬ ਤੁਹਾਡੇ ਕੋਲੇ 92 MLA ਆ, ਤੁਹਾਡੀ ਸਰਕਾਰ ਹੈ, ਗ੍ਰਹਿ ਮੰਤਰੀ ਆਪਣੇ ਕੋਲੇ ਪੁਲਿਸ ਹੈ, DGP ਹੈ, ਸਾਰਾ ਕੁਝ ਹੈ। ਕਿਉਂ ਨਹੀਂ ਉਹਨਾਂ ਲੋਕਾਂ ਦੇ ਨਾਮ ਵਿੱਚ ਦਰਜ ਕਰਦੇ ਜਿਨ੍ਹਾਂ ਦੇ ਤੁਹਾਡੇ ਮੰਤਰੀ ਸਾਹਿਬ ਨਾਮ ਲੈ ਰਹੇ? ਜਾਂ ਫਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਤੇ ਭਾਰਤੀ ਜਨਤਾ ਪਾਰਟੀ ਤੋਂ ਮਾਫੀ ਮੰਗ ਲਓ ਬਈ ਸਾਡੇ ਮੰਤਰੀ ਝੂਠ ਬੋਲ ਰਹੇ ਆ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਆਪਾਂ ਜਵਾਬ ਲੈ ਲਈਏ। ਉਹਨਾਂ ਨੂੰ ਵੀ ਜਿਨ੍ਹਾਂ ਦੇ ਨਾਮ ਲੈਂਦੇ ਉਹ ਕਾਰਵਾਈ ਕਰਨ, ਜਾਂ ਤੁਸੀਂ ਕਾਰਵਾਈ ਕਰੋ। ਤੁਸੀਂ ਇਹ ਗੱਲ ਕਿਵੇਂ ਕਹਿ ਦਿੰਦੇ ਹੋ ਵੀ ਅਸੀਂ ਤੁਹਾਡੇ ਨਾਲ ਨਹੀਂ ਬੋਲਦੇ, ਨਹੀਂ ਬੋਲੀ ਜਾ ਰਹੇ ਆ, ਪਰ ਤੁਸੀਂ ਕਰੋ ਤਾਂ ਸਹੀ, ਕੁਝ ਕਰਦੇ ਕੁਝ ਹੈ ਨਹੀਂ, ਡਰਾਮੇ ਕਰੀ ਜਾਂਦੇ ਹੋ। ਕਦੇ ਲੋਟਸ ਨਾਮ ਕਿਹਨੇ ਦਿੱਤਾ? ਆਮ ਆਦਮੀ ਪਾਰਟੀ ਨੇ। What is the lotus operation? ਕੀ ਹੈ ਲੋਟਸ ਆਪਰੇਸ਼ਨ ਦਾ ਮਤਲਬ? ਕੀ ਹੈ ਦੱਸ ਦਿਓ। ਲੋਟਸ ਸ਼ਬਦ ਦਾ ਮਤਲਬ ਦੱਸ ਦਿਓ ਕੀ ਹੈ? ਤੁਹਾਨੂੰ ਕਿਸੇ ਨੂੰ ਕੁਝ ਨਹੀਂ ਪਤਾ। ਐਵੇਂ ਨਾ ਲੋਕਾਂ ਨੂੰ ਬਦਨਾਮ ਕਰੋ। ਐਵੇਂ ਜੇ ਕੋਈ ਕਾਰਵਾਈ ਕਰਨੀ ਕਾਰਵਾਈ ਕਰੋ, ਲੋਕਾਂ ਨੂੰ ਗਲਤ ਮੁੱਦਿਆਂ ਤੇ ਭੜਕਾ ਕੇ ਨਾ ਗੱਲ ਕਰੋ। ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦੋ, ਸਾਰੇ ਮੁੱਦਿਆਂ ਦੇ ਉੱਪਰ ਡਿਸਕਸ ਕਰੋ, ਵਿਚਾਰ ਹੋਣੀ ਚਾਹੀਦੀ ਹੈ। ਲੋਕਾਂ ਦੇ ਕੰਮ ਕਰੋ, ਜੋ ਝੂਠ ਬੋਲੇ ਵਾਅਦੇ ਕੀਤੇ ਉਹ ਪੂਰੇ ਕਰੋ। ਜੀ ਸੰਧੂ ਸਾਹਿਬ, ਅਸੀਂ ਕਿਸੇ ਦੀਆਂ ਲੇਲੜੀਆਂ ਨਹੀਂ ਕੱਢਦੇ। ਅਸੀਂ ਤਾਂ ਸਾਡੇ ਤਾਂ ਵਿਧਾਇਕ ਨੇ ਜਿਹੜੇ ਕਾਂਗਰਸ ਨਹੀਂ ਬੋਲਦੇ, ਤੁਹਾਨੂੰ ਸਰਕਾਰ ਦੇ ਆਪਣੀ ਅੰਸ਼ ਤੋਂ ਕੰਮ ਲਵੋ, ਆਪਣੀ ਜ਼ਮੀਰ ਤੋਂ ਕੰਮ ਲਵੋ, ਆਪਣੀ ਜ਼ਮੀਰ ਤੋਂ ਕੰਮ ਲਵੋ। ਤੁਹਾਨੂੰ ਸਰਕਾਰ ਦੇ ਰਹੇ ਆ, ਲੇਲੜੀਆਂ ਨਹੀਂ ਕੱਢਦੇ। ਤੁਹਾਨੂੰ ਸਰਕਾਰ ਕਰ ਰਹੇ ਆ, ਤੈਨੂੰ ਸਰਕਾਰ ਝੂਠ ਆਪਣੀ ਜ਼ਮੀਰ ਤੋਂ ਕੰਮ ਲਵੋ, ਆਪਣੀ ਜ਼ਮੀਰ ਤੋਂ ਕੰਮ ਲਵੋ, ਆਪਣੀ ਜ਼ਮੀਰ ਤੋਂ ਕੰਮ ਲਵੋ। ਤੁਹਾਡਾ ਅਕਾਲੀ ਦਲ, ਉਹ ਅਕਾਲੀ ਦਲ ਜਿਹੜਾ ਕੇਂਦਰ ਦੇ ਵਿਰੋਧ ਚ ਖਲੋਂਦਾ ਹੁੰਦਾ ਸੀ, ਜਿਹੜਾ ਫੈਡਰਲ ਢਾਂਚੇ ਦੀ ਮੰਗ ਕਰਦਾ ਹੁੰਦਾ ਸੀ, ਜਿਹੜਾ ਸਟੇਟਾਂ ਦੇ ਹੱਕ ਚ ਖਲੋਂਦਾ ਹੁੰਦਾ ਸੀ, ਉਹ ਅੱਜ ਅਕਾਲੀ ਦਲ, ਉਹ ਅੱਜ ਉਸ ਅਕਾਲੀ ਦਲ ਦੀ ਹਾਲਤ ਬੜੀ ਹਾਸੋਹੀਣੀ ਹੋ ਗਈ, ਬੜੀ ਤਰਸਯੋਗ ਹੋ ਗਈ ਹੈ। ਬਟਾਲੂ ਸਾਹਿਬ, ਅਸੀਂ ਤਾਂ ਇਹ ਗੱਲ ਕਰਦੇ ਹਾਂ, ਅਸੀਂ ਇਹ ਗੱਲ ਕਰਦੇ ਹਾਂ ਕਿਉਂਕਿ ਉਹ ਅਕਾਲੀ ਦਲ ਇਸੇ ਕਰਕੇ ਤੁਹਾਡੀ ਇਹ ਪੋਜੀਸ਼ਨ ਤੁਹਾਡੀ ਹੋ ਗਈ ਹੈ। ਇਹ ਜਿਹੜੀ ਪੰਜਾਬ ਦੇ ਵਿੱਚ ਤੁਹਾਡੀ ਪਤਲੀ ਹਾਲਤ ਹੋਣ ਦਾ ਕਾਰਨ ਹੈ ਕਿਉਂਕਿ ਤੁਸੀਂ ਪੰਜਾਬ ਦੇ ਹਿੱਤਾਂ ਦੇ ਪਹਿਲਾਂ ਨਹੀਂ ਦੇ ਰਹੇ। ਤੁਹਾਡੇ ਸਿਰਫ ਚਲੋ ਤਿੰਨ ਵਿਧਾਇਕ ਹੈ, 92 ਵਿਧਾਇਕ ਹੈ, ਵਿਧਾਇਕਾਂ ਦੀ ਗਿਣਤੀ ਆਪਣਾ ਆਪਣੀ ਜਗ੍ਹਾ ਕੱਲ ਸਦਨ 'ਚ ਹੋ ਹੀ ਜਾਏਗੀ। ਸੰਧੂ ਸਾਹਿਬ, ਸੰਧੂ ਸਾਹਿਬ ਵਿੱਚੋਂ ਵੀ ਇੱਕ ਵਿਧਾਇਕ ਹਮੇਸ਼ਾ ਚਲੋ ਪੰਜਾਬ ਦੇ ਲੋਕਾਂ ਦਾ ਫਤਵਾ। ਸੰਧੂ ਸਾਹਿਬ, ਕਿਸੇ ਮਸਲੇ ਤੇ ਤੁਹਾਡੇ ਨਾਲ ਸੰਧੂ ਸਾਹਿਬ, ਪ੍ਰਧਾਨ ਮੰਤਰੀ ਸੰਧੂ ਸਾਹਿਬ ਮਟਾੜੂ ਸਾਹਿਬ, ਤੁਹਾਡਾ ਦੋਨਾਂ ਦੇ ਵਿਊ ਪੁਆਇੰਟ ਆ ਗਏ, ਦੋਨਾਂ ਦੇ ਵਿਊ ਪੁਆਇੰਟ ਆ ਗਏ। ਮਿਹਰਬਾਨੀ ਸੰਧੂ ਸਾਹਿਬ का ਸੈਸ਼ਨ ਚ ਪਤਾ ਲੱਗ ਜਾਏਗਾ। ਤੁਹਾਡਾ ਦੋਵਾਂ ਦਾ ਹੀ ਜਿਹੜਾ ਦਰਸ਼ਕਾਂ ਨੂੰ ਵਿਊ ਪੁਆਇੰਟ ਨਹੀਂ ਜਾਏਗਾ ਤੇ ਇਦਾਂ ਗਲੀਆਂ ਵਾਲੀਆਂ ਪਰ ਲੜਾਈ ਲੜਾਂਗੇ ਤਾਂ ਜਾਣਕਾਰੀ ਕੋਈ ਨਹੀਂ ਜਾਏਗੀ। ਜੀ ਸੰਧੂ ਸਾਹਿਬ ਬੜੇ ਦੋਨੇ ਰਿਸਪੈਕਟੇਬਲ ਮੈਂਬਰ ਹੋ, ਬਹੁਤ ਆ ਗਈ ਗੱਲ ਤੁਹਾਡੀ, ਬਹੁਤ ਸੰਧੂ ਸਾਹਿਬ ਬਹੁਤ ਆ ਗਈ ਗੱਲ। ਢਿੱਲੋਂ ਸਾਹਿਬ ਦੀ ਗੱਲ ਕਰਨੀ ਹੁਣ ਬੰਦ ਕਰ ਆਪਾਂ ਢਿੱਲੋਂ ਸਾਹਿਬ ਨੂੰ ਮੌਕਾ ਦੇਈਏ। ਮਸਲਾ ਨਹੀਂ ਬਣਦਾ ਕੀ ਹੋਇਆ ਤੁਸੀਂ ਹਾਰ ਗਏ, ਕੀ ਹੋਇਆ ਤੁਸੀਂ ਹਾਰ ਗਏ। ਘੱਟੋ ਘੱਟ ਮਸਲਿਆਂ ਦੇ ਉੱਤੇ ਤੁਹਾਨੂੰ ਸਿੱਧੂ ਸਾਹਿਬ ਮਸਲਿਆਂ ਤੇ ਗੱਲ ਤਾਂ ਸੁਣ ਲਈਏ, ਆਪਾਂ ਗੱਲ ਸੁਣ ਲਈਏ। ਤੁਹਾਡਾ ਦੋਨਾਂ ਦਾ ਵਿਊ ਪੁਆਇੰਟ ਆ ਗਿਆ, ਚਾਹੀਦਾ ਸੀ ਤੁਹਾਨੂੰ। ਮਿਹਰਬਾਨੀ ਢਿੱਲੋਂ ਸਾਹਿਬ, ਆਪਾਂ ਢਿੱਲੋਂ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਢਿੱਲੋਂ ਸਾਹਿਬ ਇਸ ਮੁੱਦੇ ਤੇ ਪਿਛਲੇ ਦੀ ਫਿਕਰ ਨਹੀਂ, ਸੰਧੂ ਸਾਹਿਬ ਢਿੱਲੋਂ ਸਾਹਿਬ ਦਾ ਵਿਊ ਪੁਆਇੰਟ ਲੈ ਲਈਏ। ਰਮੂ ਵਾਲੇ ਜੀ ਮਾਨਾ ਤੁਹਾਡੇ ਵੱਲ ਵੀ ਤੁਹਾਡਾ ਵਿਊ ਪੁਆਇੰਟ ਵੀ ਲੈਣੇ ਆਪਾਂ। ਹੁਣ ਲੋਕਾਂ ਦੀ ਗੱਲ ਕਰਨ ਤੇ ਸੰਧੂ ਸਾਹਿਬ ਗੱਲ ਆ ਗਈ ਤੁਹਾਡੀ, ਸੰਧੂ ਸਾਹਿਬ ਗੱਲ ਆ ਗਈ। ਢਿੱਲੋਂ ਸਾਹਿਬ, ਸਿੱਧੂ ਸਾਹਿਬ, ਮੈਂ ਤਾਂ ਇੱਕ ਗੱਲ ਬੜੇ ਕਰ ਦੇਣੇ ਆ। ਮੇਰੀ ਗੱਲ ਮੈਨੂੰ ਪੂਰੀ ਕਰ ਲੈਣ ਦਿਓ। ਮੇਰੀ ਹੱਥ ਬਣ ਕੇ ਬੇਨਤੀ ਹੈ, ਲੋਕਾਂ ਨੇ ਪੰਜਾਬ ਦਾ ਫਿਕਰ ਕਰੋ।
ਮੇਰੀ ਹੱਥ ਬਣ ਕੇ ਮਠਾਰੂ ਸਾਹਿਬ ਤੇ ਸੰਧੂ ਸਾਹਿਬ ਨੂੰ ਬੇਨਤੀ ਹੈ ਕਿ ਸਾਨੂੰ ਵੀ ਆਪਣੀ ਪਾਰਟੀ ਦਾ ਪੱਖ ਰੱਖਣ ਦਿਓ, ਅਸੀਂ ਵੀ ਬਹਿਸ ਲਈ ਆਏ ਹਾਂ। ਮੇਰਾ ਸਿੱਧਾ ਤੇ ਸਪਸ਼ਟ ਸਵਾਲ ਹੈ ਸੰਧੂ ਸਾਹਿਬ ਨੂੰ, ਇਹ ਬਹੁਤ ਜ਼ਿਆਦਾ ਅੱਜ ਕਿਸਾਨ ਹਿਤੈਸ਼ੀ ਬਣ ਰਹੇ ਨੇ ਭਾਈ। ਤੁਸੀਂ ਕਿਸਾਨਾਂ ਦੀ ਜਿਹੜੀ ਤੁਸੀਂ ਕਹਿ ਰਹੇ ਸੀ 500 ਰੁਪਈਆ ਦੇਣਾ, ਉਹਦਾ ਤੇ ਮੈਨੂੰ ਪਤਾ ਨਹੀਂ, ਬਟ ਤੁਹਾਡੇ ਧਾਲੀਵਾਲ ਸਾਹਿਬ ਮੰਤਰੀ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਮੈਂ ਕਿਸਾਨਾਂ ਉੱਪਰ ਪਰਚੇ ਦਰਜ ਕਰਾਵਾਂਗਾ। ਸਰਕਾਰ ਬਣਨ ਤੋਂ ਪਹਿਲਾਂ ਇਹ ਕੀ ਕਹਿੰਦੇ ਸੀ ਕਿ ਅਸੀਂ ਐਸਾ ਪ੍ਰਬੰਧ ਕਰ ਦਿਆਂਗੇ ਕਿ ਕੋਈ ਵੀ ਕਿਸਾਨ ਆਪਣੀ ਪਰਾਲੀ ਨਹੀਂ ਫੂਕੂਗਾ। ਅੱਜ ਕਹਿੰਦੇ ਨੇ ਉਹਦਾ ਨਾਮ ਜਿਹੜਾ ਹੈ ਮਾਲ ਮਹਿਕਮੇ ਚ ਲਾਲ ਲੀਗ ਉਹਦੇ ਨਾਮ ਤੇ ਲਾਈ ਜਾਏਗੀ, ਉਹਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੇਗੀ। ਤੇ ਦੂਜੀ ਗੱਲ ਕਹਿੰਦੇ ਕਿ ਕੇਜਰੀਵਾਲ ਦੀਆਂ ਅੱਖਾਂ 'ਚ ਪੰਜਾਬ ਦਾ ਧੂੰਆਂ ਪੈਂਦਾ ਹੈ, ਉਹ ਧੂਏ ਤੋਂ ਕੇਜਰੀਵਾਲ ਨੂੰ ਬਚਾਉਣ ਲਈ ਉਹ ਕਿਸਾਨ ਤੇ ਪਰਚਾ ਦਰਜ ਕਰਾਂਗੇ। ਆਪਾਂ ਜਵਾਬ ਲੈ ਲਈਏ ਢਿੱਲੋਂ ਸਾਹਿਬ, ਸਮੇਂ ਦੇ ਲਿਹਾਜ਼ ਨਾਲ ਜਵਾਬ ਲੈ ਲਈਏ। ਸਿੱਧੂ ਸਾਹਿਬ ਇੱਕ ਮੇਰਾ ਹੋਰ ਸਵਾਲ, ਤੁਸੀਂ ਗੱਲ ਸੰਧੂ ਸਾਹਿਬ ਜਵਾਬ ਨਹੀਂ ਦਿੱਤਾ ਕਿ 10 ਦਿਨ ਹੋ ਗਏ ਤੁਸੀਂ ਆਇਡੈਂਟੀਫਾਈ ਨਹੀਂ ਕਰ ਸਕੇ ਕਿੰਨੇ ਬਰਾਈਬ ਆਫਰ ਕੀਤੀ, ਹੋਰ ਕਿੰਨੇ ਦਿਨ ਚਾਹੀਦੇ ਨੇ ਤੁਹਾਨੂੰ? ਪੰਜਾਬ ਪੁਲਿਸ ਨਾਕਾਮ, ਪੰਜਾਬ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਉਹਨੂੰ ਕਿੰਨੇ ਦਿਨ ਲੱਗਣਗੇ ਹੋਰ ਸਿਰਫ ਨੰਬਰ ਟ੍ਰੇਸ ਕਰਨ ਦੇ ਕਿ ਕਿੰਨੇ? ਆਪਾਂ ਜਵਾਬ ਲੈ ਲਈਏ। ਇੰਨੀ ਨਾਕਾਮ ਹੋ ਗਈ ਪੰਜਾਬ ਪੁਲਿਸ। ਸੰਧੂ ਸਾਹਿਬ ਬਗੈਰ ਜਵਾਬ ਦਿੱਤੇ ਨਾ ਚਲੇ ਜਾਣਾ, ਆਪਾਂ ਜਵਾਬ ਲੈ ਲਈਏ ਜੀ। ਸੰਧੂ ਸਾਹਿਬ ਇਹਨਾਂ ਮੁੱਦਿਆਂ ਤੇ ਪਰਾਲੀ ਮੁੱਦੇ ਦੀ ਗੱਲ ਕਰਦੇ ਹੋ, ਕਹਿੰਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੀ ਬੋਲੀ ਬੋਲਦੇ ਸੀ ਤੇ ਹੁਣ ਮੰਤਰੀ ਆਪਣੀ ਕਿਹੜੀ ਬੋਲੀ ਬੋਲਦੇ ਆ। ਦੂਜਾ ਉਹ ਹੈ ਹੀ ਆ, ਬਾਰ-ਬਾਰ ਸਵਾਲ ਉੱਠਿਆ ਵਿਰੋਧੀ ਧਿਰਾਂ ਵੱਲੋਂ ਆਪਰੇਸ਼ਨ ਲੁੱਟਸ ਦੀ ਗੱਲ। ਕੌਣ ਨੇ ਲੋਕ ਜਿਨ੍ਹਾਂ ਨੇ ਤੁਹਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਜੀ ਸੰਧੂ ਸਾਹਿਬ? ਲੋਕਾਂ ਨੂੰ, ਕਿਸਾਨਾਂ ਨੂੰ ਪਰਾਲੀ ਗਾਲਣ ਦੀ ਲੋੜ ਨਾ ਪਵੇ। ਪਰਾਲੀ ਦੇ ਜਿਹੜਾ ਪਰਾਲੀ ਤੇ ਖਰਚਾ ਆ ਰਿਹਾ ਹੈ ਉਹ ਜਿਹੜਾ ਪਰਾਲੀ ਜਲਾਉਣ ਦੀ ਲੋੜ ਨਾ ਪਵੇ, ਇਸ ਵਾਸਤੇ ਹੀ ਜਿਹੜਾ ਉੱਥੇ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਹੈ। ਉਸੇ ਦੇ ਹੱਲ ਵਾਸਤੇ ਸਾਰੇ ਜਣਿਆਂ ਨੇ ਉੱਥੇ ਇਕੱਤਰ ਹੋਣਾ ਹੈ। ਔਰ ਜਿਹੜੀ ਗੱਲ ਹੈਗੀ ਹੈ, ਵੇਖੋ ਕੋਈ ਵੀ ਜਦੋਂ ਕਾਨੂੰਨ ਭੰਗ ਕਰਦਾ ਹੈ ਤਾਂ ਕੁਦਰਤੀ ਤੌਰ ਤੇ ਜੇ ਆਪਾਂ ਕਹੀਏ ਵੀ ਆਪਾਂ ਕਾਨੂੰਨ ਦੀ ਪਾਲਣਾ ਨਹੀਂ ਕਰਨ ਦੇਣੀ, ਇਹ ਤਾਂ ਗਲਤ ਗੱਲ ਹੈ। ਔਰ ਸੰਧੂ ਸਾਹਿਬ ਇੱਕ ਸਵਾਲ ਦੇਖੋ, ਵੱਡਾ ਮਸਲਾ ਇਹ ਹੈ ਸੰਧੂ ਸਾਹਿਬ ਬੜਾ ਇੰਪੋਰਟੈਂਟ ਮੁੱਦਾ ਹੈ ਬੜਾ। ਸੰਧੂ ਸਾਹਿਬ ਬਿਲਕੁਲ ਮੇਰੀ ਬੇਨਤੀ ਹੈ, ਮੇਰੀ ਬੇਨਤੀ ਹੈ, ਕਰਨੀ ਤੁਹਾਨੂੰ, ਤੁਸੀਂ ਦਿੱਲੀ ਵਾਲੇ ਦੇ ਨਾਂ ਤੇ ਮੜੀ ਜਾਂਦੇ ਹੋ। ਬੀਂਗ ਏ ਜਰਨਲਿਸਟ ਇੱਕ ਸਵਾਲ ਮੇਰਾ ਵੀ ਬਣਦਾ। ਦੇਖੋ ਪਰਾਲੀ ਦੇ ਮੁੱਦੇ ਤੇ ਪੰਜਾਬ 'ਚ ਬਹੁਤ ਵੱਡਾ ਪੁਰਾਣਾ ਮੁੱਦਾ ਹੈ। ਇਹ ਨਹੀਂ ਹੈ ਕਿ ਤੁਹਾਡੀ ਸਰਕਾਰ ਕਰਕੇ ਮੁੱਦਾ ਆਇਆ, ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਸੀ ਤੇ ਇਸ ਤੋਂ ਅਕਾਲੀ ਦਲ ਤੇ ਭਾਜਪਾ ਦੀਆਂ ਸਰਕਾਰਾਂ ਵੇਲੇ ਵੀ ਪਰਾਲੀ ਦਾ ਬਹੁਤ ਵੱਡਾ ਮੁੱਦਾ ਰਿਹਾ। ਹੁਣ ਸਵਾਲ ਹੈ ਕਿ ਜਿਹੜਾ ਕੱਲ੍ਹ ਦਾ ਸੈਸ਼ਨ ਹੋ ਰਿਹਾ ਹੈ ਉਹ ਮਸਲੇ ਦੇ ਹੱਲ ਕੋਈ ਲਈ ਕੋਈ ਸਾਰਥਕ ਉੱਥੇ ਕੋਈ ਦਲੀਲ ਜਾਂ ਕੋਈ ਪ੍ਰਸਤਾਵ ਆਏਗਾ? ਦੇਖੋ ਨਿੰਦਿਆ ਕਰਨੀ ਇੱਕ ਦੂਜੇ ਦੀ ਉਹ ਤਾਂ ਕੱਲ੍ਹ ਸੈਸ਼ਨ 'ਚ ਵੀ ਹੋ ਸਕਦੀ ਹੈ, ਪਰ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮੁੱਦੇ ਤੇ ਕੋਈ ਸਾਰਥਕ ਐਲਾਨ ਕੀਤਾ ਜਾਏਗਾ? ਕਿੱਦਾਂ? ਕਿਉਂਕਿ ਕਿਸਾਨਾਂ ਨੂੰ ਆਪਾਂ ਕਹੀਏ ਕਿ ਠੀਕ ਆ ਕਾਨੂੰਨ ਮੁਤਾਬਕ ਤਾਂ ਬਣਦੀ ਆ ਗੱਲ, ਪਰ ਕਿਸਾਨਾਂ ਦੀ ਮਦਦ ਦੇ ਲਈ ਕੱਲ੍ਹ ਸੈਸ਼ਨ 'ਚ ਕੋਈ ਐਲਾਨ ਹੋ ਸਕਦਾ ਕਿ ਪਰਾਲੀ ਤੋਂ ਕਿੱਦਾਂ ਅੱਗ ਲਾਉਣ ਤੋਂ ਬਚਿਆ ਜਾ ਸਕਦਾ? ਸੰਧੂ ਸਾਹਿਬ ਵੇਖੋ ਸਰਕਾਰ ਨੇ ਤਾਂ ਬਹੁਤ ਕੁਝ ਸਿੱਧੂ ਸਾਹਿਬ ਸੋਚਿਆ ਹੁੰਦਾ ਹੈ, ਪਰ ਨਾਲ ਗੱਲ ਇਹ ਆ ਕਿ ਉਹਦੇ ਤੇ ਹੈਲਦੀ ਡਿਬੇਟ ਹੋਣੀ ਬੜੀ ਜ਼ਰੂਰੀ ਹੈ। ਸਾਰੀਆਂ ਤੇ ਕੋਈ ਹੋਣਾ ਬਟ ਹੋ ਸਕਦੀ ਹੈ ਨਾ। ਪੰਜਾਬ ਦੇ ਮਸਲਿਆਂ ਤੇ ਤਾਂ ਆਪਾਂ ਇਕੱਠੇ ਹੋ ਕੇ ਗੱਲ ਕਰ ਸਕਦੇ ਹਾਂ ਕਿ ਇਹਨਾਂ ਦਾ ਇੱਕੋ ਕਿਸੇ ਦੀ ਜੇਬ ਵਿੱਚੋਂ ਪੈਸਾ ਨਹੀਂ ਜਾਣਾ, ਨਾ ਸਾਡੀ ਜਾਣਾ। ਇਹ ਸੂਬੇ ਦੇ ਉੱਤੇ ਸਾਰਾ ਨਿਰਭਰ ਸੂਬੇ ਲੋਕਾਂ ਕਰਨਾ ਜਿਹੜੀ ਉੱਥੇ ਕਰਨਾ ਚਾਹੀਦਾ ਹੈ। ਆਪਾਂ ਸਾਰੇ ਜੀ ਪਰਿਵਾਰ ਆਪਾਂ ਜੁੜ ਮਿਲ ਕੇ ਬੈਠਦੇ ਆ, ਹੱਲ ਨਿਕਲ ਸਕਦੇ ਨੇ। ਆਪਾਂ ਹੱਲ ਦੀ ਗੱਲ ਕਰਦੇ ਹਾਂ। ਆਪਾਂ ਸਾਰੀਆਂ ਭਾਜਪਾ ਵਾਲੇ ਜਿਹੜੇ ਬੁਲਾਰੇ ਸਾਡੇ ਵੀ ਰਾਮੂ ਵਾਲੀ, ਜਿਵੇਂ ਤੁਹਾਡੇ ਤੋਂ ਵੀ ਜਵਾਬ ਲੈਣਾ। ਢਿੱਲੋਂ ਸਾਹਿਬ ਪਹਿਲਾਂ ਤੁਹਾਡੇ ਤੋਂ ਕਿਉਂਕਿ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਦੇਖੋ ਆਲੋਚਨਾ ਕਰਨੀ ਜਾਂ ਉਹਦੇ ਤੇ ਹਾਕਮ ਧਿਰ ਦੇ ਉੱਤੇ ਸਵਾਲ ਉਠਾਉਣੇ ਤੁਹਾਡਾ ਹੱਕ ਬਣਦਾ ਹੈ, ਪਰ ਜੇ ਪਰਾਲੀ ਦੇ ਮੁੱਦੇ ਤੇ ਕੋਈ ਸਾਰਥਕ ਬਹਿਸ ਆਉਂਦੀ ਹੈ ਤਾਂ ਕਾਂਗਰਸ ਉਸ ਬਹਿਸ 'ਚ ਪਾਰਟੀਸਪੇਟ ਕਰੇਗੀ ਜਾਂ ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਜਾਏਗੀ ਕਾਂਗਰਸ? ਜੀ ਬਿਲਕੁਲ ਨਹੀਂ ਸਿੱਧੂ ਸਾਹਿਬ, ਕਾਂਗਰਸ ਕੋਈ ਵੀ ਜਿਹੜਾ ਸਾਡੀ ਵਿਧਾਨ ਸਭਾ ਹੈ ਉਹ ਇੱਕ ਪਵਿੱਤਰ ਸਥਾਨ ਹੈ, ਉੱਥੇ ਕੋਈ ਵੀ ਜ਼ਿੰਦਾਬਾਦ ਮੁਰਦਾਬਾਦ ਨਹੀਂ ਕਰੇਗੀ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਕੱਲ ਪੰਜਾਬ ਦੇ ਮੁੱਦੇ ਲਾਈਕ ਪਰਾਲੀ, ਲਾਈਕ ਬੇਦਬੀ, ਲਾਈਕ ਰੇਤਾ, ਇਹਨਾਂ ਮੁੱਦਿਆਂ ਤੇ ਗੱਲ ਕਰੀਏ, ਨਾ ਕਿ ਬਟ ਸੱਚਾਈ ਕੀ ਹੈ? ਸੱਚਾਈ ਹੈ ਕੱਲ ਭਗਵੰਤ ਮਾਨ ਜੀ ਸੈਸ਼ਨ ਸ਼ੁਰੂ ਹੁੰਦੇ ਹੀ ਆਪਰੇਸ਼ਨ ਲੋਟਸ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੇ, ਕਿਉਂਕਿ ਇਹਨਾਂ ਦੇ ਹੱਥ ਜਿਹੜੀ ਕਠਪੁਤਲੀ ਇਹ ਵੀ ਬਣਦਾ ਤੁਹਾਡਾ ਆ ਗਿਆ। ਇਹ ਵੀ ਬਣਦਾ ਤੁਹਾਡਾ ਆ ਗਿਆ। ਮੈਂ ਕਹਿ ਰਿਹਾ ਕਿ ਆਪਾਂ ਫੋਕਸ ਕਰਨਾ ਚਾਹੁੰਦੇ ਹਾਂ, ਆਪਾਂ ਫੋਕਸ ਕਰਨਾ ਚਾਹੁੰਦੇ ਹਾਂ। ਦੇਖੋ ਪੰਜਾਬ ਦੇ ਲੋਕ ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਸੁਣ ਰਹੇ ਆ, ਦੇਖ ਰਹੇ ਆ। ਆਪਾਂ ਫੋਕਸ ਕਰਨਾ ਚਾਹੁੰਦੇ ਹਾਂ ਕਿ ਕੱਲ ਮੁੱਦਿਆਂ ਤੇ ਗੱਲ ਹੋਏਗੀ,
ਜਾਂ ਜਿਹੜਾ ਆਪਾਂ ਕਹਿੰਦੇ ਕਿ ਲੱਖਾਂ ਰੁਪਇਆ ਖਰਚ ਕਰਕੇ ਜਿੰਦਾਬਾਦ ਮੁਰਦਾਬਾਦ ਕਰਕੇ ਤੇ ਮੇਰੇ ਵਰਗੇ ਜਿਹੜੇ ਜਰਨਲਿਸਟ ਹੈ ਨਹੀਂ ਜੀ, ਉਹਨਾਂ ਦੀਆਂ ਬਿਲਕੁਲ। ਸੁਰਖੀਆਂ ਬਟੋਰ ਸਿੱਧੂ ਕੇ ਆਪਾਂ ਸਾਹਿਬ- ਬਾਹਰ ਆ ਜਾਾਂਗੇ। ਸਿੱਧੂ ਸਾਹਿਬ, ਬਿਲਕੁਲ ਪੰਜਾਬ ਦੇ ਮੁੱਦਿਆਂ ਦੀ ਕਾਂਗਰਸ ਪਾਰਟੀ ਗੱਲ ਕਰੇਗੀ। ਇਹ ਸਾਰਥਕ ਹੱਲ ਲੱਭਣ ਲਈ ਅਸੀਂ ਇੱਕ ਚੰਗੀ ਵਿਰੋਧੀ ਧਿਰ ਹਾਂ। ਜਿਸ ਵੀ ਮੁੱਦੇ ਤੇ ਮਿਹਰਬਾਨੀ। ਅਸੀਂ ਇਹ ਵੀ Thank ਬੇਨਤੀ you। ਕਰਦੇ ਹਾਂ ਕਿ ਕਿਸਾਨਾਂ ਨੂੰ ਪਿਆਰ ਨਾਲ ਸਮਝਾਈਏ, ਡਰਾ ਕੇ ਨਾ, ਕਿਉਂਕਿ ਅੱਗੇ ਮੋਦੀ ਸਾਹਿਬ ਨੇ ਵੀ ਡਰਾ ਕੇ ਵੇਖਿਆ ਹੈ। ਤੁਹਾਡੀ ਗੱਲ ਆ ਪਰਚੀਆਂ ਗਈ। ਤੋਂ, ਖਰਚਿਆਂ ਤੋਂ ਜੀ, ਡਰ ਕੇ ਨਹੀਂ। ਤੁਹਾਡੀ ਗੱਲ ਆ ਗਈ। ਪਿਆਰ ਆਪਣੇ ਨਾਲ ਕੋਲ ਅਸੀਂ ਸਮਾਂ ਨਹੀਂ ਹੈ, ਕਾਰਵਾਈ ਸਮਾਂ ਨਹੀਂ। ਢਿੱਲੋਂ ਸਾਹਿਬ ਗੱਲ ਜ਼ਿਆਦਾ ਵੀ ਹੋ ਸਕਦੀ ਹੈ। ਬੀਬਾ ਰਾਮੂ ਵਾਲੀਆ ਇਸੇ ਮੁੱਦੇ ਤੇ ਸਾਰਥਕ ਬਹਿਸ ਦੀ ਗੱਲ ਕਰਦੇ ਹਾਂ। ਦੇਖੋ, ਇਲਜ਼ਾਮਬਾਜ਼ੀ ਆਪਣੀ ਜਗ੍ਹਾ ਦੇ ਉੱਤੇ ਹੈ। ਪਰਾਲੀ ਦੇ ਮੁੱਦੇ ਤੇ ਕੋਈ ਕੇਂਦਰ ਵੀ ਭੂਮਿਕਾ ਨਿਭਾ ਸਕਦਾ ਕਿ ਨਹੀਂ ਨਿਭਾ ਸਕਦਾ? ਦੇਖੋ ਜੀ, ਕੇਂਦਰ ਤੋਂ ਜੇ ਇਹ ਸਹੀ ਉਹਨਾਂ ਨੂੰ ਗਾਈਡੈਂਸ ਕਰਨਗੇ ਔਰ ਦਿਖਾਉਣਗੇ ਕਿ ਸਾਡੇ ਕੋਲ ਆ ਪ੍ਰੋਜੈਕਟ ਆ, ਤਾਂ ਕੇਂਦਰ ਬਿਲਕੁਲ ਭੂਮਿਕਾ ਨਿਭਾ ਸਕਦਾ ਹੈ। ਔਰ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੇ ਵੀਰ ਤੋਂ, ਆਪ ਦੇ ਪ੍ਰਵਕਤਾ ਤੋਂ, ਕਿ ਤੁਸੀਂ ਫਸਲਾਂ ਤਬਾਹ ਹੋ ਗਈਆਂ, ਮੂੰਗੀ ਤੇ ਝੋਨਾ ਬਿਲਕੁਲ ਤਬਾਹ ਹੋ ਗਏ, ਕੀ ਤੁਸੀਂ ਕੱਲ੍ਹ ਨੂੰ ਇਹ ਪਾਸ ਕਰੋਗੇ ਕਿ ਉਹਨਾਂ ਕਿਸਾਨਾਂ ਨੂੰ ਕੁਝ ਪੈਸੇ ਦੇ ਰਹੇ ਹੋ, ਉਹਨਾਂ ਨੂੰ ਕੋਈ ਮੁਆਵਜ਼ਾ ਦਿਓਗੇ? ਦੂਜੀ ਗੱਲ ਇਹ ਹੈ, ਮੈਂ ਇੱਕ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸੈਸ਼ਨ 'ਚ ਇੱਕ ਇਹ ਗੱਲ ਵੀ ਪਾਸ ਕਰ ਲਓ ਕਿ ਅਸੀਂ ਪੰਜਾਬ ਦੇ ਪੈਸੇ ਨੂੰ ਬਾਹਰਲੀਆਂ ਸਟੇਟਾਂ ਦੇ ਵਿੱਚ ਐਡ ਕਰ ਕਰਕੇ, ਹਰ ਜਗ੍ਹਾ ਐਡ ਕਰ ਕਰਕੇ ਪੰਜਾਬ ਦੇ ਪੈਸੇ ਨੂੰ ਨਾ ਫੂਕੋ, ਉਹੀ ਪੰਜਾਬੀਆਂ ਨੂੰ ਦੇਵੋ। ਉਹਨਾਂ ਵਾਲੀਆ ਦੀ ਜੀ, ਇਹ ਰੋਟੀ ਵੱਡਾ ਬਣੇ। ਮੁੱਦਾ ਹੈ, ਵੱਡਾ ਮੁੱਦਾ। ਇਹ ਦੇਖੋ, ਇੱਕ ਬਹੁਤ ਅਹਿਮ ਗੱਲ ਹੈ ਰਾਮੂ ਵਾਲੀਆ ਕਿ ਜੀ, ਆਪਾਂ ਤੁਸੀਂ ਜਵਾਬ ਆਪਦਾ ਲੈਣੇ ਆ। ਪੈਸਾ, ਸਾਡਾ ਪੈਸਾ ਤੁਸੀਂ ਲੋਕਾਂ ਨੂੰ ਆਪਾਂ ਜਵਾਬ ਜ਼ਰੂਰ ਰਾਮੂ ਵਾਲੀਆ ਦੇਖੋ। ਔਰ ਸਾਡੀਆਂ ਲੇਡੀਜ਼ ਨੂੰ, ਜਿਹੜੀਆਂ ਭੈਣਾਂ ਨੂੰ ਵਾਅਦਾ ਕੀਤਾ ਕੋਈ ਨਹੀਂ, ਲੰਬੀ ਲਿਸਟ ਹੈ, ਆਪਣੇ ਕੋਲ ਸਮਾਂ ਨਹੀਂ ਆਉਣਾ। ਆਪਾਂ ਜਵਾਬ ਲੈਣੇ ਆ। ਰਾਮੂ ਵਾਲੀ ਜੀ, ਮੈਂ ਸੰਧੂ ਸਾਹਿਬ ਤੋਂ ਜਵਾਬ ਲੈਣਾ ਹੈ। ਪਰ ਜੇ ਆਪਾਂ ਇਸ਼ਤਿਹਾਰਾਂ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੇ ਵੀ ਪੂਰੇ ਪੇਜ ਦੇ ਇਸ਼ਤਿਹਾਰ ਆਉਂਦੇ ਆ। ਕਹਿਣਗੇ ਜੇ ਭਾਜਪਾ ਇਸ਼ਤਿਹਾਰ ਦੇ ਸਕਦੀ ਹੈ, ਅਸੀਂ ਪਰ ਕਿਉਂ ਨਹੀਂ ਦੇ ਇੰਨੇ ਨਹੀਂ ਸਕਦੇ? ਹੁੰਦੇ। ਤੁਸੀਂ ਤਾਂ ਹਰ ਥਾਂ ਖੋਲੋ, ਜਿੱਥੇ ਸੋਸ਼ਲ ਮੀਡੀਆ ਤੇ, ਟੀਵੀ ਤੇ, ਮਤਲਬ ਕਿ ਇੰਨਾ ਜ਼ਿਆਦਾ ਇਸ਼ਤਿਹਾਰ ਸਾਹਿਬ, ਸਿੱਧੂ ਸਾਹਿਬ ਇਸ਼ਤਿਹਾਰ ਦੇ ਮੁੱਦੇ ਦਿਖਾਈ ਦਿੰਦੇ ਆ। ਜੀ, ਸਿੱਧੂ ਸਾਹਿਬ, ਇਸ਼ਤਿਹਾਰਾਂ ਦੀ ਤੁਸੀਂ ਗੱਲ ਕੀਤੀ। ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹੂੰ, ਮੈਨੂੰ 30 ਜਦੋਂ ਸੈਕਿੰਡ ਦਿਓ। ਤੁਸੀਂ- ਅਨੁਰਾਗ ਠਾਕੁਰ ਜੀ, ਸੰਧੂ ਸਾਹਿਬ, ਆਪਾਂ ਜਵਾਬ ਲੈ ਲਈਏ। ਸੰਧੂ ਸਾਹਿਬ, ਇੱਕ ਸੈਕਿੰਡ ਜੀ। ਬਿਲਕੁਲ ਜੀ। ਅਨੁਰਾਗ ਠਾਕੁਰ ਜੀ ਨੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ 2018 ਤੋਂ ਲੈ ਕੇ 2021 ਤੱਕ ਸੈਂਟਰਲ ਗਵਰਨਮੈਂਟ ਨੇ 1700 ਕਰੋੜ ਦੀ ਐਡਵਰਟਾਈਜ਼ਮੈਂਟ ਕੀਤੀ। ਚਲੋ, ਓਕੇ ਵਾਲੀਆ ਮੈਡਮ, ਇਹ ਹੈਰਾਨਗੀ ਦੀ ਗੱਲ ਹੈ। ਤੁਹਾਡਾ ਬਿਆਨ। ਤੇ ਦਿੱਲੀ ਦੀ ਆਪ ਪਾਰਟੀ ਨੇ ਕੱਲੇ 2021 ਵਿੱਚ 420 ਕਰੋੜ ਦੀ ਐਡਵਰਟਾਈਜ਼ਮੈਂਟ ਕੀਤੀ। ਆਪਾਂ ਜਵਾਬ ਲੈ ਲਈਏ। ਇਹਨਾਂ ਦਾ ਵੀ ਰਿਕਾਰਡ ਤੋੜ ਦੇਣਗੇ। ਜਵਾਬ ਲੈ ਲਈਏ। ਸੰਧੂ ਸਾਹਿਬ, ਸਮਾਂ ਵੀ ਨਹੀਂ ਹੈ। ਦੋਵੇਂ ਮਸ਼ਹੂਰੀ ਵਾਲੀਆਂ ਪਾਰਟੀਆਂ ਨੇ। ਓਕੇ, ਥੈਂਕ ਯੂ ਸੰਧੂ ਸਾਹਿਬ। ਕੰਮ ਕਿਸੇ ਦਾ ਨਹੀਂ ਕਰਨਾ, ਸਿਰਫ ਮਸ਼ਹੂਰੀ ਕਰਨੇ। ਓਕੇ, ਸੰਧੂ ਸਾਹਿਬ ਤੋਂ ਜਵਾਬ ਲੈ ਲਈਏ। ਸੰਧੂ ਸਾਹਿਬ, ਕੀ ਕਹੋਗੇ? ਆਖਰੀ ਕਮੈਂਟ ਤੁਹਾਡਾ, ਇਸ ਦੇ ਨਾਲ ਹੀ ਆਪਾਂ ਬਹਿਸ ਦੀ ਸਮਾਪਤੀ ਕਰਾਂਗੇ। ਮੈਂ ਤਾਂ ਇਹ ਉਮੀਦ ਕਰਦਾ ਵੀ ਜਿਵੇਂ ਹੁਣ ਡਿਬੇਟ ਤੇ ਉਰਲੀਆਂ ਗੱਲਾਂ ਮਾਰ ਕੇ ਟਾਈਮ ਪਾਸ ਕਰਨ ਨਾਲੋਂ ਜਿਹੜੇ ਪਰਾਲੀ ਤੇ ਬਿਜਲੀ ਦੇ ਇਸ਼ੂ ਤੇ ਜੇਕਰ ਕੱਲ ਵਿਧਾਨ ਸਭਾ ਤੇ ਫੋਕਸ ਕੀਤਾ ਜਾਵੇਗਾ ਤਾਂ ਨਿਰਸੰਦੇਹ ਉਹਦਾ ਹੱਲ ਨਿਕਲੇਗਾ। ਜਦੋਂ ਆਪਾਂ ਕੋਈ ਹੋਰ ਇੱਧਰ ਉੱਧਰ ਦੀਆਂ ਗੱਲਾਂ ਜੋੜ ਕੇ ਸਿਰਫ ਉਹਨੂੰ ਟਾਈਮ ਨੂੰ ਖਰਾਬ ਕਰਾਂਗੇ, ਟਾਈਮ ਨੂੰ ਬਰਬਾਦ ਕਰਾਂਗੇ, ਤਾਂ ਇਹਦਾ ਮਤਲਬ ਪੰਜਾਬ ਦਾ ਨੁਕਸਾਨ ਕਰ ਰਹੇ ਹਾਂ, ਲੋਕਾਂ ਦਾ ਨੁਕਸਾਨ ਕਰ ਰਹੇ ਹਾਂ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ ਹੋ ਰਿਹਾ। ਇੱਕ ਵੱਡਾ ਸਵਾਲ ਕਿ ਪੰਜਾਬ ਦੇ ਮੁੱਦਿਆਂ ਤੇ, ਚਾਹੇ ਪਰਾਲੀ ਜਾਂ ਬਿਜਲੀ ਦੀ ਗੱਲ ਹੈ, ਮੁੱਦਿਆਂ ਤੇ ਚਰਚਾ ਹੋਵੇਗੀ ਜਾਂ ਕੱਲ ਦਾ ਸੈਸ਼ਨ ਸਿਆਸਤ ਦੀ ਭੇਂਟ ਚੜ੍ਹੇਗਾ? ਪੰਜਾਬੀ ਦੇਖਣਗੇ ਕਿ ਸਾਡੇ ਜਿਹੜੇ ਰਾਜਸੀ ਆਗੂ ਹੈ ਆਪਣੇ ਵਾਅਦਿਆਂ ਤੇ ਦਾਅਵਿਆਂ ਤੇ ਕਿੰਨਾ ਕੁ ਖਰੇ ਉਤਰਦੇ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਜ਼ਰੂਰ ਹਾਂ। ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।